ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 351 ਤੇ ਆਖਰੀ ਲਾਈਨ ਹੈ। 351 ਦੀ ਆਖਰੀ ਪੰਕਤੀ ਹੈ। ਆਸਾ ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਗ ਆਸਾ ਰਾਹੀਂ ਫਰਮਾਨ ਕਰਦੇ ਨੇ। ਗ੍ਰਹਿ, ਇਹਨੂੰ ਗ੍ਰਹਿ ਨਹੀਂ ਪੜ੍ਹ ਦੇਣਾ, ਇਹ ਹਿੰਦੀ ਦਾ ਸ਼ਬਦ ਹੈ। ਗ੍ਰਹਿ, ਗ੍ਰਹਿ ਮੈਨੇ ਘਰ। ਗ੍ਰਹਿ ਤੋਂ ਬਣੇ ਗ੍ਰਸਥੀ, ਜਿਹਦਾ ਘਰ-ਬਾਰ ਹੋਵੇ, ਵਿਆਹ ਵਰਿਆ ਹੋਵੇ। ਪੰਜਾਬੀ ਨਾਲ ਤਾਂ ਸਿੱਧੇ ਹੀ ਬੋਲੀ ਜਾਂਦੇ ਨੇ, ਕਿਆ ਪਾਠੀ ਕਿਆ ਕੀਰਤਨੀ ਹੈ। 99% ਇਹਨੂੰ ਗ੍ਰਹਿ ਬੋਲਦੇ ਨੇ। ਪਤਾ ਨਹੀਂ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਕਿ ਅਸੀਂ ਲਾਪਰਵਾਹ, ਕਿ ਅਸੀਂ ਅੰਨੇ ਹਾਂ, ਜੇ ਸਾਡੀ ਨਿਗਾਹ ਘੱਟ ਹੈ। ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ। ਕੀਰਤਨੀਏ ਬਹੁਤੇ ਤਾਂ ਸੰਥਿਆ ਲਈ ਹੀ ਨਹੀਂ ਹੁੰਦੀ, ਉਹਨਾਂ ਦੀ ਗੱਲ ਹੀ ਵੱਖਰੀ ਹੈ। ਪਾਠੀ ਦਾ ਬਣਦਾ ਹੀ ਉਹ ਹੈ ਜਿਹਨੇ ਸੰਥਿਆ ਲਈ ਹੁੰਦੀ ਹੈ। ਇੱਥੇ ਸੰਥਿਆ ਦੇ ਕੇ ਤੋਰਦੇ ਹਾਂ, ਮੱਥਾ ਮਾਰ ਕੇ ਤੋਰਦੇ ਹਾਂ, ਵਾਰੀ ਵਾਰੀ ਸਮਝਾਉਂਦੇ ਕਿ ਗ੍ਰਹਿ ਨਹੀਂ ਹੈ, ਇਹ ਗ੍ਰਹਿ ਹੈ। ਗੱਗੇ ਜਿਹੜੀ ਸਿਹਾਰੀ ਹੈ, ਜਿਹੜਾ ਪੈਰ 'ਚ ਅੱਖਰ ਲੱਗਾ ਤਾਂ ਉਹਦੇ ਨਾਲ ਬੋਲਦੀ ਹੈ। ਜੇ ਗੱਗੇ ਨੂੰ ਸਿਹਾਰੀ ਜਿਹੜੇ ਰਾਰੇ ਨਾਲ ਬੋਲੇਗੀ ਤਾਂ ਬਣ ਗਿਆ ਗੱਗਾ ਰਾਰੇ ਨੂੰ ਸਿਹਾਰੀ, ਹਾ ਗ੍ਰਹਿ। ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਦੁਰਮਤ ਗਤ ਪਈ ਕੀਰਤ ਠਾਏ। ਜਿਹੜਾ ਸਹਿਜ ਸੁਭਾਏ ਘਰ ਅਤੇ ਬਨ ਦਾ ਜੰਗਲ, ਸੰਸਰ ਦੇ ਬਰਾਬਰ ਸਮਝਣਾ। ਜਿਹੜਾ ਸਹਿਜ ਸੁਭਾਅ ਘਰ ਅਤੇ ਜੰਗਲ ਨੂੰ ਬਰਾਬਰ ਸਮਝਦਾ ਹੈ। ਸਿੱਖ ਧਰਮ 'ਚ ਘਰ ਅਤੇ ਜੰਗਲ ਨੂੰ ਬਰਾਬਰ ਸਮਝੋ। ਇਹ ਨਹੀਂ ਕਿ ਰੱਬ ਜੰਗਲਾਂ ਜਾਂ ਪਹਾੜਾਂ 'ਚ ਜਾ ਕੇ ਮਿਲਦਾ ਹੈ, ਰੱਬ ਘਰ 'ਚ ਵੀ ਮਿਲ ਸਕਦਾ ਹੈ, ਰੱਬ ਪਰਿਵਾਰ 'ਚ ਰਹਿੰਦਿਆਂ ਹੋਇਆਂ ਵੀ ਮਿਲ ਸਕਦਾ ਹੈ। ਨਹੀਂ ਤਾਂ ਕਿਸੇ ਭਗਤ ਨੂੰ, ਕਿਸੇ ਗੁਰੂ ਨੂੰ ਮਿਲਣਾ ਹੀ ਨਹੀਂ ਸੀ। ਇਹ ਤਾਂ ਸਾਰੀ ਗ੍ਰਸਥੀ ਸਨ। ਪਹਿਲਾਂ ਲੋਕ ਭਜਨ ਬੰਦਗੀ ਲਈ ਬਹੁਤ ਔਖੇ ਹੁੰਦੇ ਸਨ। ਕੋਈ ਘਰ-ਬਾਰ ਛੱਡ ਗਿਆ ਹੈ, ਕੋਈ ਜੰਗਲਾਂ 'ਚ ਰਹਿ ਰਿਹਾ, ਕੋਈ ਪਹਾੜਾਂ ਦੀ ਕੰਦਰਾਂ 'ਚ ਰਹਿ ਰਿਹਾ ਹੈ, ਜਿੱਥੇ ਖਾਣ ਪੀਣ ਨੂੰ ਬਹੁਤ ਥੋੜ੍ਹਾ ਹੈ। ਜੜੀਆਂ ਬੂਟੀਆਂ ਜਾਂ ਦਰਖਤਾਂ ਦੇ ਫਲ ਖਾ ਕੇ ਗੁਜ਼ਾਰਾ ਕਰਿਆ ਕਰਦੇ ਸਨ। ਫਿਰ ਜਦੋਂ ਭਗਤ ਆਏ, ਗੁਰੂ ਆਏ, ਉਹਨਾਂ ਫਿਰ ਸਮਝਾਇਆ ਕਿ ਪਰਮਾਤਮਾ ਦੀ ਪ੍ਰਾਪਤੀ ਦੇ ਨਾਮ ਜਪ ਕੇ ਹੋਣੀ ਹੈ। ਜੰਗਲਾਂ ਜਾਂ ਘਰਾਂ ਨਾਲ ਕੋਈ ਸੰਬੰਧ ਨਹੀਂ ਇਹਦਾ। ਚਾਹੇ ਘਰ 'ਚ ਰਹੋ, ਚਾਹੇ ਜੰਗਲਾਂ 'ਚ ਰਹੋ, ਨਾਮ ਜਪ ਕੇ ਪ੍ਰਾਪਤੀ ਹੋਣੀ ਹੈ। ਕਿ ਸਿੱਖ ਕਿਉਂਕਿ ਗ੍ਰਸਥੀ ਹੈ ਅਤੇ ਉਹ ਫਿਰ ਘਰ ਬਾਰ ਛੱਡ ਕੇ ਕਿੱਥੇ ਜਾਏਗਾ। ਬਾਲ ਬੱਚੇ ਨੂੰ ਛੱਡ ਕੇ ਅਸੀਂ ਥੋੜ੍ਹੇ ਚਲੇ ਜਾਣਾ ਹੈ ਵੀ ਮੈਂ ਜੀ ਭਜਨ ਬੰਦਗੀ ਕਰੇ ਚੱਲੇ। ਜਦੋਂ ਮਹਾਤਮਾ ਬੁੱਧ ਆਪਣੀ ਘਰਵਾਲੀ ਅਤੇ ਆਪੇ ਨੇ ਪੁੱਤਰ ਨੂੰ, ਪੂਰਨਮਾਸ਼ੀ ਦੀ ਰਾਤ ਹੈ, ਸੁੱਤਿਆਂ ਛੱਡ ਕੇ ਚਲੇ ਗਏ। ਘਰ ਵਾਲੀ ਵੀ ਸੁੱਤੀ ਸੀ, ਪੁੱਤਰ ਵੀ ਸੁੱਤਾ ਸੀ। ਦੱਸਿਆ ਹੀ ਨਹੀਂ ਕਿ ਮੈਂ ਜੰਗਲ ਨੂੰ ਭਜਨ ਬੰਦਗੀ ਕਰਨ ਚੱਲਿਆ। ਹਾਲਾਂਕਿ ਰਾਜੇ ਦਾ ਪੁੱਤਰ ਸੀ। 12 ਸਾਲ ਤਪੱਸਿਆ ਕਰਦਾ ਰਿਹਾ, ਗਿਆਨ ਪ੍ਰਾਪਤ ਹੋ ਗਿਆ ਹੈ। ਘਰ ਮਿਲਣ ਆਇਆ ਅਤੇ ਘਰ ਵਾਲੇ ਇੱਕੋ ਹੀ ਗੱਲ ਕਹਿੰਦੇ, ਸੁਆਮੀ ਜੀ ਜਿਹੜਾ ਗਿਆਨ ਤੁਹਾਨੂੰ ਜੰਗਲ 'ਚ ਜਾ ਕੇ ਪ੍ਰਾਪਤ ਹੋਇਆ, ਕਿ ਇਹ ਘਰ 'ਚ ਨਹੀਂ ਸੀ ਹੋ ਸਕਦਾ? ਅਤੇ ਮਹਾਤਮਾ ਬੁੱਧ ਚੁੱਪ। ਭਾਵ ਹੋ ਸਕਦਾ ਸੀ, ਨਹੀਂ ਤਾਂ ਕਹਿੰਦੇ ਵੀ ਨਹੀਂ ਸੀ ਹੋ ਸਕਦਾ। ਉਹ ਚੁੱਪ ਕਰ ਗਏ। ਸੋ ਇਹ ਤਾਂ ਭਗਤ ਆਏ ਭਾਰਤ ਦੇ ਵਿੱਚ, ਗੁਰੂ ਆਏ, ਇਹਨਾਂ ਨੇ ਕਿਰਪਾ ਕੀਤੀ, ਮਨੁੱਖ ਦੇ ਜੀਵਨ ਨੂੰ, ਭਗਤੀ ਕਰਨ ਵਾਲੇ ਜੀਵਨ ਨੂੰ ਸੌਖਿਆਂ ਕਰਤਾ ਕਿ ਤੂੰ ਭਾਈ ਆਪਣੀ ਕਿਰਤ ਕਰ, ਆਪਣੇ ਪਰਿਵਾਰ ਨੂੰ ਪਾਲ, ਸੱਚੀ ਸੁੱਚੀ ਕਿਰਤ ਕਰ। ਤੇਰੀ ਕਿਰਤ ਕਮਾਈ 'ਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਸੱਚੀ ਸੁੱਚੀ ਕਿਰਤ ਕਰ, ਆਪਣੇ ਚਾਲ ਚਲਣ ਨੂੰ ਸਹੀ ਰੱਖ,
ਤੇ ਬਸ ਨਾਮ ਜਪੀ ਜਾ, ਤੈਨੂੰ ਪ੍ਰਾਪਤੀ ਹੋ ਜਾਏਗੀ। ਭਗਤਾਂ ਦੇ ਜੀਵਨ ਪੜ੍ਹ ਲਓ, ਗੁਰੂਆਂ ਦੇ ਪੜ੍ਹ ਲਓ, ਉਹਨਾਂ ਸਹੀ ਜੀਵਨ ਜਿਵੇਂ ਆਪਣੇ ਪਰਿਵਾਰ ਨੂੰ ਵੀ ਪਾਲਿਆ, ਭਜਨ ਬੰਦਗੀ ਵੀ ਕੀਤੀ ਹੈ, ਪਰਿਵਾਰ 'ਚ ਰਹਿ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਨੰਬਰ 2, ਪਰਮਾਤਮਾ ਦੀ ਪ੍ਰਾਪਤੀ ਉਸ ਨੂੰ ਹੋਣੀ ਹੈ ਜਿਹੜਾ ਲਿਖਾ ਕੇ ਲਿਆ ਹੈ। ਜਿਹੜਾ ਲਿਖਾ ਕੇ ਨਹੀਂ ਲਿਆ, ਚਾਹੇ ਪਹਾੜਾਂ 'ਤੇ ਚਲੇ ਜਾਓ, ਚਾਹੇ ਜੰਗਲਾਂ ਚਲੇ ਜਾਓ, ਤੇ ਚਾਹੇ ਘਰ ਰਹੋ, ਉਹਨੂੰ ਪ੍ਰਾਪਤੀ ਨਹੀਂ ਹੋਵੇਗੀ। ਜਿਹਨੂੰ ਪ੍ਰਾਪਤੀ ਹੋਣੀ ਹੁੰਦੀ ਆਪਣੀ ਕਿਸਮਤ 'ਚ ਪਹਿਲੇ ਹੀ ਲਿਖਾ ਕੇ ਆਉਂਦੇ ਵੀ ਤੈਨੂੰ ਇਸ ਜਨਮ 'ਚ ਪ੍ਰਾਪਤੀ ਹੋਣੀ ਹੈ। ਇਸ ਲਈ ਕਾਹਲੇ ਨਹੀਂ ਪੈਣਾ, ਆਪਣਾ ਭਜਨ ਬੰਦਗੀ ਕਰੀ ਜਾਣਾ ਸਹਿਜ ਸੁਭਾਅ। ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਸਹਿਜ ਸੁਭਾਅ ਆਪਣੀ ਭਜਨ ਬੰਦਗੀ ਕਰੀ ਜਾਣੀ ਹੈ। ਸੋ ਤਾਂ ਕਹਿੰਦੇ ਨੇ ਗ੍ਰਹਿ ਬਨ ਸੰਸਰ ਸਹਿਜ ਸੁਭਾਏ। ਜਿਹੜਾ ਸਹਿਜ ਸੁਭਾਅ ਘਰ ਅਤੇ ਜੰਗਲ ਨੂੰ ਬਰਾਬਰ ਸਮਝਦਾ ਹੈ। ਦੁਰਮਤ ਗਤ ਪਈ ਕੀਰਤ ਠਾਏ। ਕੀਰਤਨ ਦੇ ਪਰਮਾਤਮਾ ਦੇ ਸਿਫਤ ਸਲਾਹ, ਕੀਰਤ ਤੋਂ ਬਣੇ ਕੀਰਤਨ। ਜਿਹੜੀ ਗਾ ਕੇ ਸਿਫਤ ਸਲਾਹ ਕੀਤੀ ਜਾਂਦੀ ਉਹਨੂੰ ਕਹਿੰਦੇ ਕੀਰਤਨ। ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਵੀ ਕੀਰਤੀ ਹੈ। ਦੁਰਮਤ ਗਤ ਪਈ ਕੀਰਤ ਠਾਏ। ਜਦੋਂ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਵਸ ਗਈ ਨਾ, ਦੁਰਮਤ ਗਤ ਪਈ, ਅੰਦਰ ਭੈੜੀ ਮਤ ਖਤਮ ਹੋ ਜਾਂਦੀ ਹੈ। ਜੰਗ ਘਰ ਨੂੰ ਹੀ ਜੰਗਲ ਸਮਝਣਾ ਹੈ, ਜੰਗਲਾਂ ਜਾਣ ਦੀ ਲੋੜ ਨਹੀਂ। ਘਰ ਨੂੰ ਹੀ ਜੰਗਲ ਸਮਝੋ ਅਤੇ ਭਜਨ ਬੰਦਗੀ ਕਰਦੇ ਰਹੋ। ਅੰਦਰੋਂ ਭੈੜੀ ਮੱਤ ਜਿਹੜੀ ਉਹ ਖਤਮ ਹੋ ਜਾਏ, ਗਤ ਹੁੰਦਾ ਖਤਮ ਹੋ ਜਾਣਾ। ਫਿਰ ਕੀ ਹੋਏਗਾ? ਸੱਚ ਪੌੜੀ ਸੱਚੋ ਹਰ ਨਾਮ ਮੁਖ ਨਾਮ। ਜਿਹੜਾ ਮੁਖ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਨਾ, ਸੱਚ ਪੌੜੀ, ਉਹ ਤਾਂ ਪਰਮਾਤਮਾ ਦੀ ਪੌੜੀ ਤੇ ਸਮਝੋ ਚੜ੍ਹ ਰਿਹਾ ਹੈ। ਉਹ ਪਰਮਾਤਮਾ ਨੂੰ ਮਿਲਣ ਲਈ ਪੌੜੀ ਚੜ੍ਹ ਰਿਹਾ ਹੈ। ਫਿਰ ਕੀ ਕਰਦਾ ਹੈ? ਸਤਿਗੁਰ ਸੇਵ ਪਾਏ ਨਿਜ ਥਾਂ। ਗੁਰੂ ਦੀ ਸੇਵਾ ਕਰਕੇ ਉਹਨਾਂ ਆਪਣਾ ਅਸਲੀ ਥਾਂ ਪ੍ਰਾਪਤ ਹੋ ਜਾਂਦਾ। ਸਾਡਾ ਅਸਲੀ ਥਾਂ ਹੈ ਸੱਚਖੰਡ। ਅਤੇ ਫਿਰ ਇਨਸਾਨ ਨਾਮ ਜਪਦਾ ਹੋਇਆ, ਗੁਰੂ ਦੀ ਸੇਵਾ ਕਰਦਾ ਹੋਇਆ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ। ਸੋ ਗੁਰੂਆਂ ਅਤੇ ਭਗਤਾਂ ਨੇ ਮਨੁੱਖ ਭਜਨ ਬੰਦਗੀ ਕਰਨ ਵਾਲੇ ਲਈ ਸੌਖਾ ਕਰਤਾ ਕਿ ਭਾਈ ਕੋਈ ਭੁੱਖੇ ਰਹਿਣ ਦੀ ਲੋੜ ਨਹੀਂ, ਕੋਈ ਨੰਗੇ ਰਹਿਣ ਦੀ ਲੋੜ ਨਹੀਂ, ਕੋਈ ਇੱਕ ਲੱਤ 'ਤੇ ਖਲੋਣ ਦੀ ਲੋੜ ਨਹੀਂ, ਕੋਈ ਪੁੱਠੇ ਲਟਕਣ ਦੀ ਲੋੜ ਨਹੀਂ, ਕੋਈ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈਗੀ। ਆਪਣੇ ਘਰ ਹੀ ਰਹੋ, ਦਸਾਂ ਨੌਂ ਦੀ ਕਿਰਤ ਕਰੋ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚ ਕੇ ਰਹੋ, ਆਪਣੇ ਚਾਲ ਚਲਣ ਨੂੰ ਉੱਚਾ ਰੱਖੋ ਅਤੇ ਗੁਰਮੰਤਰ ਦਾ ਜਾਪ ਕਰਦੇ ਰਹੋ। ਬਸ ਸਿੱਖ ਕੋਲੇ ਕਿਉਂਕਿ ਗੁਰਬਾਣੀ ਵੀ ਹੈ, ਇਸ ਲਈ ਬਾਣੀ ਵੀ ਪੜ੍ਹੋ, ਨਾਮ ਵੀ ਜਪੋ। ਇਕੱਲੀ ਬਾਣੀ ਨਾਲ ਵੀ ਤੁਸੀਂ ਪਰਮਾਤਮਾ ਪ੍ਰਾਪਤ ਕਰ ਸਕਦੇ ਹੋ, ਇਕੱਲੇ ਨਾਮ ਨਾਲ ਵੀ ਪ੍ਰਾਪਤ ਕਰ ਸਕਦੇ ਹੋ, ਇਕੱਲੇ ਗੁਰੂ ਦੀ ਸੇਵਾ ਕਰਕੇ ਵੀ ਪ੍ਰਾਪਤ ਕਰ ਸਕਦੇ ਹੋ। ਸਿਰਫ ਇੰਨੇ ਜੇ ਗੁਰੂ ਦੀ ਸੇਵਾ ਕਰਨੀ ਹੈ ਤਾਂ ਸੰਸਾਰ ਦੀ ਕੋਈ ਚੀਜ਼ ਨਹੀਂ ਮੰਗਣੀ। ਬਾਣੀ ਪੜ੍ਹਨੀ ਹੈ, ਸੰਸਾਰ ਦੀ ਕੋਈ ਚੀਜ਼ ਨਹੀਂ ਮੰਗਣੀ। ਨਾਮ ਜਪਣਾ, ਸੰਸਾਰ ਦੀ ਕੋਈ ਚੀਜ਼ ਨਹੀਂ ਕਰਨੀ। ਚਾਹੇ ਨਾਮ ਜਪੀ ਜਾਓ, ਚਾਹੇ ਬਾਣੀ ਪੜ੍ਹੀ ਜਾਓ, ਅਤੇ ਚਾਹੇ ਗੁਰੂ ਦੀ ਸੇਵਾ ਕਰੀ ਜਾਓ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਪਰ ਜਦੋਂ ਅਸੀਂ ਸੇਵਾ ਕਰਕੇ ਗੁਰਦੁਆਰੇ ਕੀਤੇ, ਘੰਟਾ ਭਾਂਡੇ ਮਾਂਜੇ ਸੇਵਾ, ਅਤੇ ਮਗਰੋਂ ਜਾ ਕੇ ਅਰਦਾਸ ਸੱਚੇ ਪਾਤਸ਼ਾਹ ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਏ, ਫਿਰ ਨਹੀਂ ਰੱਬ ਮਿਲਦਾ, ਕਿਉਂਕਿ ਨਿਸ਼ਕਾਮ ਸੇਵਾ ਨਹੀਂ ਕੀਤੀ। ਭਾਈ ਲਹਿਣਾ ਜੀ ਨਿਸ਼ਕਾਮ ਸੇਵਾ ਕੀਤੀ ਅਤੇ ਆਪ ਗੁਰੂ ਹੋ ਗਏ। ਬਾਬਾ ਅਮਰਦਾਸ ਨੇ 12 ਸਾਲ ਨਿਸ਼ਕਾਮ ਸੇਵਾ ਕੀਤੀ, ਆਪ ਗੁਰੂ ਹੋ ਗਏ। ਚੌਥੇ ਪਾਤਸ਼ਾਹ ਰਾਮਦਾਸ ਜੀ ਮਹਾਰਾਜ ਨੇ ਸੇਵਾ ਕੀਤੀ, ਨਿਸ਼ਕਾਮ ਸੇਵਾ ਕੀਤੀ, ਆਪ ਗੁਰੂ ਹੋ ਗਏ। ਸੇਵਾ ਕਰਤ ਹੋਏ ਨਿਹਕਾਮੀ, ਨਿਹਕਾਮੀ ਦੇ ਨਿਸ਼ਕਾਮੀ, ਕੋਈ ਅੰਦਰ ਇੱਛਾ ਨਹੀਂ ਰੱਖਣੀ। ਕਾਮ ਹੁੰਦਾ ਇੱਛਾ, ਨਿਸ਼ਕਾਮ ਹੁੰਦਾ ਬਿਨਾਂ ਇੱਛਾ ਦੇ।
ਸਿਰਫ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਰੱਖਣੀ। ਸੱਚੇ ਪਾਤਸ਼ਾਹ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਬਾਣੀ ਪੜ੍ਹੋ, ਇਹੀ ਅਰਦਾਸ ਕਰਨੀ, ਹੋਰ ਨਹੀਂ ਕੋਈ ਕਰਨੀ। ਜੇ ਹੋਰ ਕੁਛ ਮੰਗੋਗੇ, ਚਾਹੇ ਸਾਰੀ ਉਮਰ ਭਜਨ ਬੰਦਗੀ ਕਰਦੇ ਰਹੋ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਪਰਮਾਤਮਾ ਦੀ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਸਿਰਫ ਤੇ ਸਿਰਫ ਤੁਸੀਂ ਪਰਮਾਤਮਾ ਮੰਗੋਗੇ। ਇਹ ਅੱਗੋਂ ਤੁਹਾਡੀ ਮਰਜ਼ੀ ਹੈ। ਮੰਗਣ ਦੀ ਲੋੜ ਨਹੀਂ। ਕਿੰਨੇ ਹੀ ਸੰਸਾਰ 'ਚ ਦੇਸ਼ ਨੇ ਜਿਹੜੇ ਨਾਸਤਕ ਨੇ, ਰੱਬ ਤੋਂ ਕੁਛ ਨਹੀਂ ਮੰਗਦੇ, ਨਾ ਰੱਬ ਨੂੰ ਮੰਨਦੇ ਨੇ। ਹੈ ਉਹਨਾਂ ਕੋਲ ਸਭ ਕੁਛ। ਜਿਹੜੇ ਨਾਸਤਕ ਨੇ, ਕੋਠੀਆਂ ਉਹਨਾਂ ਕੋਲ ਵੀ ਹੈਗੀਆਂ, ਕਾਰਾਂ ਉਹਨਾਂ ਕੋਲ ਵੀ ਹੈਗੀਆਂ, ਧੀ ਪੁੱਤਰ ਉਹਨਾਂ ਕੋਲ ਵੀ ਹੈਗੇ। ਅਤੇ ਤੁਸੀਂ ਫਿਰ ਆਪਣਾ ਸਮਾਂ ਇਹ ਚੀਜ਼ਾਂ ਮੰਗਣ 'ਤੇ ਕਿਉਂ ਨਸ਼ਟ ਕਰਦੇ ਹੋਵੇ? ਇਹ ਤਾਂ ਵੈਸੇ ਮਿਲ ਜਾਣੀਆਂ ਨੇ। ਇਹਨਾਂ ਚੀਜ਼ਾਂ ਲਈ ਨੱਕ ਰਗੜਨ ਦੀ ਕੋਈ ਲੋੜ? ਸਾਡੇ ਪਾਸ ਉਦਾਹਰਨਾਂ ਨੇ ਅਨੇਕਾਂ ਦੇਸ਼। ਚੀਨ ਹਿੰਦੁਸਤਾਨ ਦਾ ਵੱਡਾ ਨਾਸਤਕ ਹੈ, ਰੂਸ ਨਾਸਤਕ ਹੈ, ਰੂਸ ਦੇ ਨਾਲ ਜਿਹੜੇ ਹੋਰ 7 ਦੇਸ਼ ਨੇ ਉਹ ਵੀ ਨਾਸਤਕ ਨੇ। ਕੋਈ ਰੱਬ ਰੂਬ ਨੂੰ ਨਹੀਂ ਮੰਨਦੇ, ਸਭ ਕੁਛ ਉਹਨਾਂ ਕੋਲ ਹੈਗਾ। ਨਾਸਤਕਾਂ ਕੋਲੇ ਵੀ ਧੀ ਪੁੱਤਰ ਹੈਗੇ, ਨਾਸਤਕਾਂ ਕੋਲੇ ਵੀ ਕੋਠੀਆਂ ਹੈਗੀਆਂ, ਨਾਸਤਕਾਂ ਕੋਲੇ ਵੀ ਕਾਰਾਂ ਹੈਗੀਆਂ। ਫਿਰ ਤੁਸੀਂ ਆਪਣਾ ਸਮਾਂ ਜਿਹੜਾ ਹੈ ਇਹ ਚੀਜ਼ਾਂ ਮੰਗਣ 'ਤੇ ਕਿਉਂ ਵਿਅਰਥ ਕਰਦੇ ਹੋ, ਕਿਉਂ ਨਸ਼ਟ ਕਰਦੇ ਹੋ? ਇਹੀ ਸਮਾਂ ਤੁਸੀਂ ਪਰਮਾਤਮਾ ਦੀ ਭਜਨ ਬੰਦਗੀ ਕਰੋ, ਕੁਛ ਨਾ ਮੰਗੋ ਦੇ ਬਦਲੇ। ਆਪਣੀ ਮਿਹਨਤ ਨਾਲ ਚੀਜ਼ਾਂ ਕਰੋ, ਆਪਣੀ ਮਿਹਨਤ ਕਰੋ, ਦਸਾਂ ਨੌਂ ਦੀ ਕਿਰਤ ਕਰਦੇ ਜਾਓ, ਆਪਣੇ ਬੱਚੇ ਪਾਲੀ ਜਾਓ, ਤਾਂ ਪਰਮਾਤਮਾ ਮਿਲੇਗਾ। ਜੇ ਸੰਸਾਰ ਦੀ ਇੱਕ ਵੀ ਨਾਲ ਚੀਜ਼ ਮੰਗ ਲਈ, ਪਰਮਾਤਮਾ ਬੜਾ ਚਲਾਕ ਹੈ, ਉਹ ਤੁਹਾਨੂੰ ਉਹ ਚੀਜ਼ ਦੇ ਕੇ ਟਾਲ ਦੇਗਾ। ਚਲੋ ਜਾਵੇ। ਜਿਵੇਂ ਤੁਸੀਂ ਸਰਕਾਰ ਤੋਂ ਇੱਕ ਚੀਜ਼ ਮੰਗੋ ਨਾ, ਉਹ ਜੇ ਲੀਡਰ ਨੇ ਉਹਨੂੰ ਸੱਦ ਲੈਂਦੇ, ਕਹਿੰਦੇ ਯਾਰ ਇੱਕ ਨਾਲ ਕੀ ਹੁੰਦਾ, 10-12 ਤਾਂ ਮੰਗਾਂ ਰੱਖੋ। ਉਹ 10-12 ਮੰਗਾਂ ਰਖਾ ਲਈ ਉਹਨਾਂ ਤੋਂ। ਆਓ ਬਈ ਯੂਨੀਅਨ ਵਾਲਾ, ਆਓ ਜੀ ਗੱਲਬਾਤ, ਆ ਵੀ ਮੰਨੀ ਤੁਹਾਡੀ, ਆ ਵੀ ਮੰਨੀ, ਆ ਵੀ ਮੰਨੀ, ਆ ਵੀ ਮੰਨੀ। ਜਿਸ 'ਚ ਪੈਸੇ ਦੇਣ ਦੀ ਗੱਲ ਹੁੰਦੀ ਹੈ, ਇਸ 'ਤੇ ਅਸੀਂ ਵਿਚਾਰ ਕਰਾਂਗੇ ਜੀ, ਬਾਕੀ ਤੁਹਾਡੇ ਅੱਜੇ ਮੰਨਦੇ ਹਾਂ। ਤੁਹਾਨੂੰ ਟਾਲ ਤੇ ਖੁਸ਼ ਹੋ, ਹਾਂ ਜੀ 10 'ਚ 7 ਮੰਗਾਂ ਸਰਕਾਰ ਨੇ ਮੰਨ ਲਈ, ਉੱਥੇ ਸਰਕਾਰ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ। ਇਸ ਤਰ੍ਹਾਂ ਜੋ ਪਰਮਾਤਮਾ ਤੋਂ ਧੀ ਪੁੱਤਰ ਨੇ ਕਹੇ ਚੱਲ ਲੈ ਦਫਾ ਹੋ, ਮੇਰਾ ਖੜਾ ਛੱਡ, ਚਲ ਬਸ ਇੱਥੋਂ ਤੱਕ ਹੀ ਅਸੀਂ ਰਹਿ ਗਏ। ਲੋਕ ਵਿਖਾਵੇ ਲਈ ਹਾਂ ਜੀ ਅਸੀਂ ਭਜਨ ਬੰਦਗੀ ਕਰਦੇ ਰਹੇ ਜੀ, ਉੱਥੇ ਤਾਂ ਖਾਲੀ ਗਏ, ਉੱਥੇ ਤਾਂ ਖਾਲੀ, ਉੱਥੇ ਤੁਹਾਡੇ ਲਿਖੇ ਕੁਛ ਨਹੀਂ ਹੈਗਾ ਰਜਿਸਟਰ 'ਚ। ਤੂੰ ਕਰ ਨਾ ਜੀ ਮੈਂ ਤਾਂ ਸਾਰੀ ਉਮਰ ਪਾਠ ਕਰਦਾ ਰਿਹਾ। ਨਾ ਵੀ ਤੂੰ ਤਾਂ ਰੱਬ ਮੰਗੇ ਹੀ ਨਹੀਂ, ਤੂੰ ਤਾਂ ਧੀ ਪੁੱਤਰ ਨੌਕਰੀਆਂ ਮੰਗਦੇ ਰਹੋ, ਤੈਨੂੰ ਮਿਲ ਗਈ ਨਾ, ਬਸ ਜਾ ਖਾਲੀ। ਤੂੰ ਤਾਂ ਖਾਲੀ ਗਏ, ਲੱਗੇ ਵੀ ਰਹੇ, ਸਵੇਰੇ 4 ਵਜੇ ਉੱਠੇ, ਠੰਡਾ 'ਚ ਰਹੇ, ਨਹਾਤੇ ਧੋਤੇ ਵੀ, ਹਾਂਜੀ ਗੁਰਦੁਆਰੇ ਨੱਕ ਰਗੜਦੇ ਰਹੇ ਜੀ, ਸਾਰੀ ਉਮਰ ਗਏ ਅਤੇ ਕੁਛ ਪੱਲੇ ਨਾ ਪਿਆ, ਪੱਲੇ ਕੁਛ ਵੀ ਨਾ ਪਿਆ, ਐਵੇਂ ਹੀ ਗਿਆ। ਕੋਈ ਜੇ ਕਿਤੇ ਗੱਲ ਸਮਝ ਆ ਗਈ ਨਾ, ਬਸ ਫਿਰ ਗੱਲ ਬਣ ਜਾਏਗੀ, ਪਰ ਆਉਣੀ ਨਹੀਂ। ਤੁਸੀਂ ਸੰਸਾਰੀ ਲੋਕ, ਤੁਸੀਂ ਸੰਸਾਰੀ ਚੀਜ਼ਾਂ ਮੰਗੀ ਜਾਣੀਆਂ ਮਰਨ ਤੱਕ। ਪਹਿਲਾਂ ਧੀਆਂ ਪੁੱਤਰਾਂ ਲਈ, ਫਿਰ ਕੇ ਪੋਤੇ ਪੋਤਰੀਆਂ ਲਈ, ਫਿਰ ਉਹਨਾਂ ਨਾਲ ਲੱਗੇ ਰਹੋਗੇ ਅਤੇ ਐ ਹੀ ਬਸ ਨਿਬੜ ਜਾਏਗਾ ਕੰਮ। ਝੂਠੀ ਤਸੱਲੀ ਲੈ ਕੇ ਜਾਓਗੇ, ਝੂਠੀ ਤਸੱਲੀ। ਮੈਂ ਸਾਰੀ ਉਮਰ ਪਾਠ ਕਰਦਾ ਰਿਹਾ ਜੀ, ਮੈਂ ਗੁਰਦੁਆਰੇ ਜਾਂਦਾ ਰਿਹਾ ਜੀ, ਮੈਂ ਬੜੇ ਭਾਂਡੇ ਮਾਂਜੇ ਜੀ, ਮੈਂ ਬੜੇ ਝਾੜੂ ਗੁਰਦੁਆਰੇ ਫੇਰੇ ਜੀ। ਉਹ ਤਾਂ ਤੁਸੀਂ ਸੰਸਾਰ ਮੰਗਿਆ, ਰੱਬ ਤੇ ਮੰਗੇ ਹੀ ਨਹੀਂ। ਉਹ ਕਹੇਗਾ ਤੂੰ ਮੈਨੂੰ ਤਾਂ ਕਦੇ ਮੰਗੇ ਹੀ ਨਹੀਂ ਹੈਗਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਸੇਵ ਪਾਏ ਨਿਜ ਥਾਂ। ਨਿਜ ਥਾਂ ਦੇ ਸੱਚਖੰਡ। ਗੁਰੂ ਦੀ ਸੇਵਾ ਕਰਕੇ ਫਿਰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਮਨ ਚੂਰੇ, ਚੂਰਨਾ ਦਾ ਵਸ ਵਿੱਚ ਕਰ ਲੈਣਾ। ਜਿਹੜਾ ਮਨ ਨੂੰ ਵਸ 'ਚ ਕਰ ਲੈਂਦਾ, ਮਨ ਚੂਰੇ ਖਟ ਦਰਸ਼ਨ ਜਾਣ। ਖਟ ਹੁੰਦਾ 6, ਦਰਸ਼ਨ ਹੁੰਦਾ ਸ਼ਾਸਤਰ। ਉਹ 6 ਸ਼ਾਸਤਰਾਂ ਦਾ ਜਾਣੂ ਹੋ ਜਾਂਦਾ। ਜਿਹੜਾ ਮਨ ਨੂੰ ਵਸ ਕਰ ਲੈਣਾ, ਸਮਝੋ ਉਹਨੂੰ 6 ਸ਼ਾਸਤਰਾਂ ਦਾ ਗਿਆਨ ਹੋ ਗਿਆ ਹੈ। ਕਿ ਸਾਰੇ ਦੇ ਸਾਰੇ ਸ਼ਾਸਤਰਾਂ 'ਚ ਮਨ ਨੂੰ ਕਿਵੇਂ ਕੰਟਰੋਲ ਕਰਨਾ ਇਹੀ ਦੱਸਿਆ ਹੋਇਆ।
ਇਹੀ ਦੱਸੇਗਾ। ਮਨ ਜਦੋਂ ਵੀ ਗੁਰਬਾਣੀ ਦੇ ਵਿਰੁੱਧ ਸੋਚੇ, ਉਸੇ ਵੇਲੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਓ, ਉਹਨੂੰ ਹਟਾ ਦਿਓ। ਮਨ ਜੋ ਤੁਹਾਨੂੰ ਕਹੇ ਉਹਦੀ ਨਹੀਂ ਮੰਨਣੀ, ਅੜ ਖਲੋਣਾ ਹੈ, ਤੇ ਗੱਲ ਬਣ ਜਾਏਗੀ। ਮਨ ਕਹਿੰਦਾ ਪੀ ਲੈ, ਸ਼ਾਮ ਦਾ ਵੇਲਾ ਹੈ। ਤੇ ਅੱਜ ਵੀ ਇੱਕ ਦੀ ਮਾਂ ਕਹਿੰਦੀ ਸੀ, ਮੈਂ ਨਾ ਪਿੰਡੋਂ ਕਹਿੰਦੇ ਪਿੱਤਲ ਦੇ ਭਾਂਡੇ ਲੈ ਕੇ ਆਈ, ਵੀ ਚਲ ਪਿੰਡ ਪੈ ਨੇ ਵੱਖਰਾ ਕਰ ਲੈ। ਸ਼ਾਮ ਨੂੰ ਮੇਰਾ ਮੁੰਡਾ ਭਾਂਡੇ ਵੇਚੇ ਤੇ ਸ਼ਰਾਬ ਪੀ ਕੇ ਆ ਗਿਆ। ਕਹਿੰਦੇ ਕੱਖ ਨਹੀਂ ਘਰ 'ਚ ਰਹਿਣ ਦਿੰਦਾ, ਮੰਜਾ ਬਿਸਤਰਾ ਤਾਂ ਕੋਈ ਲੈਂਦਾ ਨਹੀਂ ਮੁੱਲ, ਇਸ ਲਈ ਤਾਂ ਪਿਆ ਬਚ ਗਿਆ, ਭਾਂਡੇ ਸਭ ਕਿਉਂ? ਆਪਣੇ ਆਪ ਤੇ ਮਨ 'ਤੇ ਕੰਟਰੋਲ ਹੀ ਨਹੀਂ ਹੈਗਾ। ਇਹ ਜਣ ਤਾਂ ਨਸ਼ਾ ਛਡਾਊ ਕੇਂਦਰ 'ਚ ਭੇਜ ਦੇਣ, ਉਹ ਡੱਕੀ ਰੱਖਦੇ ਨੇ 2-3 ਮਹੀਨੇ, ਉਹ ਉੱਥੇ ਪੀਣ ਨੂੰ ਨਾ ਬਾਹਰ ਨਿਕਲਣ ਦੇਣ, ਨਾ ਕੋਈ ਪੀਣ ਵਾਲਾ ਉੱਥੇ ਹੈਗਾ। ਜਦੋਂ 2-3 ਮਹੀਨੇ ਛੱਡ ਦਿੰਦਾ, ਫਿਰ ਆਪੇ ਟਿਕਟ ਕਰ ਜਾਂਦਾ ਹੈ। ਹੋਰ ਇਹ ਜਿਹਦਾ ਕੋਈ ਹੱਲ ਨਹੀਂ। ਮੈਂ ਮਾਤਾ ਤੁਸੀਂ ਕੁੰਡਾ ਵੀ ਨਹੀਂ ਲਾ, ਕਿਉਂਕਿ ਤੁਹਾਡੇ ਤੋਂ ਤਕੜਾ ਹੈ, ਤੁਸੀਂ ਇਕੱਲੀ ਬੁੜੀ ਹੋ, ਨਹੀਂ ਤਾਂ ਕੁੰਡਾ ਜਦਰਾ ਲਾ ਦਿਓ। ਯਾਰ ਨਿਕਲਦਾ ਕਿਵੇਂ? ਸ਼ਾਮ ਨੂੰ ਹੀ ਨਿਕਲਦਾ ਉਹ, ਇਹ ਪੀਣ ਵਾਲੇ ਸ਼ਾਮ ਨੂੰ ਹੀ ਘਰੋਂ ਨਿਕਲਦੇ, ਜਿੰਦਰਾ ਲਾ ਦਿਓ। ਹੁਣ ਕਿੱਥੇ ਜਾਵੇ? ਮੈਂ ਉਹਨੇ ਕੰਧ ਟੱਪ ਜਾਣਾ। ਤੁਸੀਂ ਮਾੜੇ ਹੋ, ਲੱਤ ਤੁਸੀਂ ਪੁੱਤਰ ਹੁਣ ਕਰ ਉਹਦੀ ਖਿੱਚਣੀ ਨਹੀਂ, ਜਾਂਦਾ ਕਿੱਥੇ ਟੱਪ ਜਾਏਗਾ। ਇਹ ਤਾਂ ਜੇ 3-4 ਮਹੀਨੇ ਇਹ ਜਨ ਕਿਤੇ ਢੱਕ ਕੇ ਰੱਖਿਆ ਜਾਵੇ ਤਾਂ ਰੋਟੀ ਪਾਣੀ ਸਭ ਕੁਝ ਮਿਲੇਗਾ, ਆ ਪੀਣ ਨੂੰ ਨਹੀਂ ਮਿਲਣੀ। ਤਾਂ ਜਾ ਕੇ ਇੱਥੇ ਅੜਦੇ। ਥਾਂ ਬਦਲੇ ਜਾਂ ਸੰਗਤ ਬਦਲੇ ਤਾਂ ਬੰਦਾ ਪਹਿਲੀਆਂ ਆਦਤਾਂ ਛੱਡਦਾ ਹੈ। ਸੋ ਸਭ ਤੋਂ ਔਖਾ ਮਨ ਨੂੰ ਵਸ 'ਚ ਕਰਨਾ। ਭਜਨ ਬੰਦਗੀ ਕਰੀ ਜਾਣੀ ਹੈ, ਕਿਸੇ ਵੇਲੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਇਹ ਮਨ ਵਸ 'ਚ ਆ ਜਾਂਦਾ ਹੈ। ਨਹੀਂ ਤਾਂ ਉਹਨਾਂ ਚਿਰ ਮਨ ਆਪਣੇ ਦ੍ਰਿੜ ਇਰਾਦਾ ਰੱਖਣਾ ਹੈ। ਜਰਾ ਵੀ ਮਨ ਭੈੜੇ ਪਾਸੇ ਨੂੰ ਸੋਚਦਾ, ਉਸ ਵੇਲੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣਾ, ਤਾਂ ਜੋ ਧਿਆਨ ਦੂਜੇ ਪਾਸੇ ਨੂੰ ਹੋ ਜਾਵੇ। ਮਨ ਚੂਰੇ ਖੜ ਦਰਸ਼ਨ ਜਾਣ, ਜਿਹੜਾ ਮਨ ਨੂੰ ਵਸ 'ਚ ਕਰ ਲੈਂਦਾ, ਸਮਝੋ ਉਹ 6 ਸ਼ਾਸਤਰਾਂ ਦਾ ਗਿਆਤਾ ਹੋ ਗਿਆ। ਸਰਬ ਜੋਤ ਪੂਰਨ ਭਗਵਾਨ, ਫਿਰ ਉਹਨੂੰ ਗਿਆਨ ਹੁੰਦੇ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ। ਸੋ ਪਰਮਾਤਮਾ ਦੀ ਜੋਤ ਹੈ। ਪੂਰਨ ਹੁੰਦਾ ਵਸਣਾ, ਵਿਆਪਕ ਹੋਣਾ, ਸਾਰਿਆਂ ਦੇ ਪਰਮਾਤਮਾ ਜੋਤ ਵਸਦੀ ਹੈ। ਰਹਾਓ ਅਧਿਕ ਇਤਿਹਾਸ ਭੇਖ ਬਹੁ ਕਰੈ, ਇਤਿਹਾਸ ਭਾਵ ਪਿਆਸ, ਪਿਆਸ ਭਾਵ ਇੱਛਾ। ਮਾਇਆ ਦੀ ਬਹੁਤ ਇੱਛਾ ਹੈ, ਅੰਦਰ ਬੜੀ ਪਿਆਸ ਹੈ, ਤਮੰਨਾ ਹੈ। ਮਾਇਆ ਦੀ ਖਾਤਰ ਕੀ ਇਹਦੇ ਭੇਖ ਬਹੁ ਕਰ, ਬਥੇਰੇ ਸਾਧੂਆਂ ਨੇ ਕੱਪੜੇ ਪਾਉਂਦਾ ਹੈ ਵੀ ਸ਼ਾਇਦ ਇਸੇ ਤਰ੍ਹਾਂ ਹੀ ਸਹੀ। ਮੰਗਣਾ ਵੀ ਸੌਖਾ ਹੋ ਜਾਂਦਾ ਸਾਧੂਆਂ ਦੇ ਭੇਸ਼। ਯਾਦ ਰੱਖੋ, ਜਿਹੜਾ ਮੰਗਤਾ ਹੈ ਉਹ ਸਾਧੂ ਨਹੀਂ ਹੋਇਆ ਕਰਦਾ। ਸਾਧੂ ਕਦੇ ਮੰਗਤਾ ਨਹੀਂ ਹੁੰਦਾ ਅਤੇ ਮੰਗਤਾ ਕਦੇ ਸਾਧੂ ਨਹੀਂ ਹੁੰਦਾ। ਜਿਹੜਾ ਸਾਧੂ ਦੇ ਭੇਸ਼ ਤੁਹਾਡੇ ਬੂਹੇ 'ਤੇ ਮੰਗਣ ਆ ਕੇ ਨਾ, ਸਮਝੋ ਮੰਗਤਾ ਹੈ ਬਸ। ਅਤੇ ਮੰਗਤੇ ਦੀ ਨਾ ਲੱਗੇ ਅਸੀਸ, ਨਾ ਲੱਗੇ ਦੁਰ ਅਸੀਸ। ਮੰਗਤੇ ਨਹੀਂ ਪਤਾ ਮੈਨੂੰ ਆਜ ਦੇ ਕਈ ਵੀ ਹੁਣ ਤਾਂ ਆਉਣੋਂ ਹਟ ਗਏ ਨੇ। ਤੁਹਾਡੇ ਬੱਚੇ ਜਿਉਣ ਜੀ, ਤੁਹਾਡੇ ਪੋਤਰੇ ਜਿਉਣ ਜੀ। ਮੈਂ ਨਾ ਮੇਰਾ ਜਵਾਕ ਨਾ ਮੇਰਾ ਪੋਤਰਾ ਕਹੀ ਜਾਂਦੇ ਹਨ ਜੀ, ਝੂਠੀਆਂ ਵਡਿਆਈਆਂ ਕਰੀ ਜਾਣ। ਸ਼ਰਾਬ ਅਤੇ ਵਰ ਸਿਰਫ ਭਜਨ ਬੰਦਗੀ ਕਰਨ ਵਾਲੇ ਦਾ ਲੱਗਦਾ, ਦੂਜੇ ਦਾ ਨਹੀਂ ਲੱਗਦਾ। ਇਸ ਲਈ ਦਸਮ ਪਾਤਸ਼ਾਹ ਨੇ ਸਾਫ਼ ਹੀ ਕਹਿਤਾ, ਦਾਨ ਦੇਣਾ ਖਾਲਸੇ ਨੂੰ ਦੇਣਾ, ਕਿਉਂਕਿ ਨਾਮ ਜਪਣ ਵਾਲਾ ਹੋ ਤੁਹਾਡਾ ਭਲਾ ਮੰਗੇਗਾ। ਕੱਪੜਾ ਦੇਣਾ ਤਾਂ ਵੀ ਖਾਲਸੇ ਨੂੰ ਦੇਣਾ, ਭੋਜਨ ਛਕਾਉਣਾ ਤਾਂ ਵੀ ਖਾਲਸੇ ਨੂੰ ਛਕਾਉਣਾ। ਭਜਨ ਬੰਦਗੀ ਵਾਲੇ ਨੂੰ ਕੱਪੜੇ ਦਿਓ, ਭਜਨ ਬੰਦਗੀ ਵਾਲੇ ਨੂੰ ਭੋਜਨ ਛਕਾਓ, ਭਜਨ ਬੰਦਗੀ ਵਾਲੇ ਦੀ ਸਹਾਇਤਾ ਕਰੋ, ਦੂਜੇ ਦਾ ਕੀ ਕਰਾਉਣਾ। ਅਤੇ ਭਜਨ ਬੰਦਗੀ ਕਰਵਾਉਣ ਵਾਲਾ ਕਦੇ ਮੰਗਿਆ ਨਹੀਂ ਕਰਦਾ। ਲੋਕ ਸਤਿਕਾਰ ਵਜੋਂ ਉਹਨੂੰ ਅਣ ਮੰਗਿਆ ਦਾਨ ਦੇਵਨਾ ਵਾਲੀ ਗੱਲ, ਉਹ ਮੰਗਦਾ, ਮੈਨੂੰ ਲੋੜ ਨਹੀਂ ਹੁੰਦੀ ਉਸ, ਕਿਉਂਕਿ ਗੁਰੂ ਦਾ ਹੁਕਮ ਹੈ ਕਿ ਭਾਈ ਆਪਣਾ ਤੁਸੀਂ 10 ਨੌਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲੋ।
ਅੰਦਰ ਬਹੁਤ ਤਿਆਸ ਹੈ, ਪਿਆਸ ਹੈ, ਕਾਦੀ ਮਾਇਆ ਦੀ। ਭੇਖ ਬਹੁ ਕਰੈ ਤੇ ਕਈ ਪ੍ਰਕਾਰ ਦੇ ਭੇਖ ਕਰਦਾ ਹੈ। ਭੇਖ ਹੁੰਦੇ ਕਿ ਖਾਸ ਪ੍ਰਕਾਰ ਦਾ ਪਹਿਰਾਵਾ ਰੱਖਣਾ। ਜੋਗੀਆ ਰੰਗ ਦੇ ਕੱਪੜੇ ਪਾ ਲਏ, ਟੋਟਲ ਚਿੱਟੇ ਪਾ ਲਏ, ਮੂੰਹ 'ਤੇ ਪੱਟੀ ਬੰਨ੍ਹ ਲਈ। ਇਸ ਤਰ੍ਹਾਂ ਇਹ ਪਹਿਰਾਵੇ ਭੇਖ ਨੇ। ਭੇਖ ਤੋਂ ਪਤਾ ਲੱਗਦਾ ਕਿਸ ਧਰਮ ਦਾ ਹੈ। ਭੇਖ ਦਾ ਲੋਕ ਸਤਿਕਾਰ ਕਰਦੇ ਨੇ। ਮੰਨ ਲਓ ਬੱਸ ਖਚਾ ਖਚ ਭਰੀ ਹੋਈ ਹੈ, ਇੱਕ ਚੋਲੇ ਵਾਲਾ ਸਾਧੂ ਬੱਸ 'ਚ ਚੜ੍ਹ ਜਾਂਦਾ ਹੈ। ਮੈਂ ਦੇਖਿਆ ਕੋਈ ਨਾ ਕੋਈ ਸੀਟ ਛੱਡ ਦਿੰਦਾ, ਆਓ ਜੀ ਬਾਬਾ ਜੀ ਬੈਠੋ ਜੀ, ਆਪ ਖੜਾ ਹੋ ਜਾਂਦਾ। ਜਾਂ ਤਿੰਨ ਨੇ ਸੌੜੇ ਹੋ ਜਾਂਦੇ ਨੇ, ਬੈਠੋ ਜੀ ਬਾਬਾ ਜੀ, ਉਹਨੂੰ ਖੜੇ ਨਹੀਂ ਰਹਿੰਦੇ। ਸਤਿਕਾਰ ਕਰਦੇ ਆ ਉਹਦੇ ਪਹਿਰਾਵੇ ਦਾ। ਉਦੋਂ ਫਿਰ ਬੰਦਾ ਸੋਚਣਾ ਚਾਹੀਦਾ ਕਿ ਦੇਖੋ ਇਹ ਮੇਰੇ ਪਹਿਰਾਵੇ ਮੈਨੂੰ ਤਾਂ ਜਾਣਦੇ ਨਹੀਂ, ਇਹ ਮੇਰੇ ਪਹਿਰਾਵੇ ਦਾ ਸਤਿਕਾਰ ਕਰਦੇ ਨੇ। ਅਤੇ ਇਹਦਾ ਮਤਲਬ ਫਿਰ ਜੇ ਜੋ ਮੇਰਾ ਪਹਿਰਾਵਾ ਮੈਨੂੰ ਆਪ ਵੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਨਹੀਂ ਤਾਂ ਪਖੰਡ ਹੁੰਦਾ। ਪਹਿਰਾਵਾ ਸਾਧੂਆਂ ਵਾਲਾ, ਅੰਦਰ ਸਾਧੂ ਹੈ ਨਹੀਂ। ਇਹਨੂੰ ਧਰਮ 'ਚ ਕੀ ਕਹਿੰਦੇ ਨੇ? ਪਖੰਡ। ਇਹਨੂੰ ਪਖੰਡ ਕਹਿੰਦੇ ਨੇ। ਦੁੱਖ ਵਿਖਿਆ ਸੁਖ ਤਨ ਪਰ ਹਰੈ। ਮਾਇਆ ਦਾ ਦੁੱਖ ਹੁੰਦਾ ਉਹਨੂੰ, ਕਿਉਂਕਿ ਮਾਇਆ ਦੀ ਜੇ ਤਮੰਨਾ ਹੈ, ਇੱਛਾ ਹੈ, ਇੱਛਾ ਤਾਂ ਕੋਈ ਵੀ ਹੋਵੇ ਉਹ ਦੁੱਖ ਦਾ ਕਾਰਨ ਹੁੰਦੀ ਹੈ। ਕੋਈ ਇੱਛਾ ਪੈਦਾ ਹੋ ਜਾਏ, ਜਿੱਥੇ ਆਸਾ ਹੋਏਗੀ ਉੱਥੇ ਅੰਦੇਸ਼ਾ ਹੋਏਗਾ, ਫਿਕਰ ਜ਼ਰੂਰ ਹੋਏਗਾ, ਜਿੰਨਾ ਚਿਰ ਇੱਛਾ ਪੂਰੀ ਨਹੀਂ ਹੁੰਦੀ। ਲੜਕੀ ਜਵਾਨ ਹੋ ਗਈ ਹੈ, ਇਹ ਇੱਛਾ ਹੈ ਇਹਦਾ ਵਿਆਹ ਹੋ ਜਾਏ, ਉਹ ਹੋ ਨਹੀਂ ਰਿਹਾ ਕਿਉਂਕਿ ਇੱਛਾ ਪੈਦਾ ਹੋ ਗਈ ਹੈ। ਜਿੰਨਾ ਚਿਰ ਛੋਟੀ ਹੈ ਉਹਨਾਂ ਚਿਰ ਕੋਈ ਇੱਛਾ ਨਹੀਂ। ਜਵਾਨ ਹੋ ਗਈ, ਇੱਛਾ ਪੈਦਾ ਹੋ ਗਈ, ਜਿੰਨਾ ਚਿਰ ਉਹਦਾ ਵਿਆਹ ਨਹੀਂ ਹੋ ਜਾਂਦਾ ਉਹਨਾਂ ਚਿਰ ਦੁੱਖ ਹੀ ਦੁੱਖ ਹੈ। ਜੇ ਵਿਆਹ ਤੋਂ ਬਾਅਦ ਨਿਭੀ ਨਹੀਂ ਤਾਂ ਫਿਰ 7-8 ਸਾਲ ਫਿਰ ਦੁੱਖ ਹੈ। ਇੱਛਾ ਹੀ ਦੁੱਖ ਦਾ ਕਾਰਨ ਹੈ। ਇਹ ਸੰਸਾਰ ਦੁੱਖਾਂ ਦਾ ਘਰ ਹੈ ਅਤੇ ਸਾਡੀਆਂ ਇੱਛਾਵਾਂ ਹੀ ਦੁੱਖਾਂ ਦਾ ਕਾਰਨ ਹਨ। ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਕਰਨਾ। ਤੁਹਾਡੇ ਇੱਛੇ ਕਰਨ ਨਾਲ ਕੀ ਹੋ ਜਾਏਗਾ ਜੀ? ਮੈਂ ਕਹਿੰਦਾ ਹੇ ਸੱਚੇ ਪਾਤਸ਼ਾਹ ਮੈਨੂੰ ਪਰਮਾਤਮਾ ਮਿਲ ਜੇ, ਮੇਰੀ ਇੱਛਾ ਕਰਨਾ ਥੋੜ੍ਹੇ ਮੈਨੂੰ ਪਰਮਾਤਮਾ ਮਿਲ ਜਾਏਗਾ। ਮੇਰੇ ਭਾਗਾਂ 'ਚ ਲਿਖਿਆ ਮਿਲ ਜਾਏਗਾ, ਨਹੀਂ ਤਾਂ ਲੱਗਾ ਰਿਹਾ ਹੀ ਕਥਾ ਕਰੀ ਜਾ, ਬਾਣੀ ਪੜ੍ਹਾਈ ਜਾ। ਇੱਛਾ ਪੁੱਤਰ ਹੋ ਜੇ, ਇੱਛਾ ਕਰਨ ਜੇ ਪੁੱਤਰ ਲਿਖਿਆ ਤਾਂ ਹੋਏਗਾ, ਨਹੀਂ ਤਾਂ ਨਹੀਂ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਜੇ ਲਿਖੇ ਹੀ ਨਹੀਂ ਕੋਈ ਬੱਚਾ ਤਾਂ ਜਿੰਨੇ ਮਰਜ਼ੀ IVF ਕਰਾ ਲਓ, ਜੋ ਮਰਜ਼ੀ ਕਰਾ ਲਓ, ਨਹੀਂ ਹੁੰਦਾ। ਜੋ ਲਿਖੇ ਹੀ ਨਹੀਂ ਕਿਵੇਂ ਹੋ ਜਾਏਗਾ? ਵੀ ਇੱਕ ਪਰਿਵਾਰ ਮੇਰੇ ਕੋਲ ਆ ਗਿਆ ਜੀ, ਸਾਡੇ ਨੂੰਹ ਦੇ ਬੱਚਾ ਹੋ ਜਾਏ। ਮੈਂ ਗੁਰੂਆਂ ਪੁੱਛਿਆ, ਕਹਿੰਦੇ ਇਹਦੇ ਭਾਗਾਂ 'ਚ ਬੱਚਾ ਹੈ ਨਹੀਂ। ਮੈਂ ਨਾ ਜਿਹਦੇ ਭਾਗਾਂ 'ਚ ਬੱਚਾ ਹੈ ਨਹੀਂ। ਕੋਈ ਪਾੜ ਦੇ ਦਿੰਦਾ ਜੀ, ਮੈਂ ਜੇ ਭਾਗਾਂ 'ਚ ਬੱਚੇ ਹੀ ਹੈ ਨਹੀਂ ਜੀ, ਮੈਂ ਕੀ ਕਰਾਂ? ਕੋਈ ਅੜਚਣ ਹੁੰਦੀ ਤਾਂ ਪਾੜ ਦੇ ਦਿੰਦਾ। IVF ਤਰੀਕੇ ਨਾਲ ਜੀ, ਮੈਂ ਫਿਰ ਪੁੱਛਿਆ, ਮੈਂ ਨਾ ਜੀ ਗੁਰੂ ਕਹਿੰਦੇ IVF ਤਰੀਕੇ ਨਾਲ ਵੀ ਨਹੀਂ ਹੋਵੇਗਾ। ਕਹਿੰਦੇ ਹਾਂ ਜੇ ਅਸੀਂ 7 ਵਾਰ ਕਰਾ ਲਿਆ, ਸਾਡਾ 15 ਲੱਖ ਰੁਪਈਆ ਲੱਗ ਗਿਆ, ਨਹੀਂ ਗੱਲ ਬਣੀ। ਮੈਂ ਜੋ ਲਿਖਿਆ ਨਹੀਂ ਹੋਏਗਾ। ਇਸ ਲਈ ਐਵੇਂ ਹੀ ਅਸੀਂ ਲੱਗੇ ਰਹਿਣਾ, ਜੋ ਲਿਖਿਆ ਉਹੀ ਮਿਲਣਾ। ਨੱਕ ਰਗੜੀ ਜੋ, ਲੇਟੀ ਜੋ, ਡੰਡੋਤਾਂ ਕਰੀ ਜੋ ਮਰਜ਼ੀ, ਜੋ ਲਿਖਿਆ ਉਹੀ ਮਿਲਣਾ। ਹਾਂ, ਪਾਠ ਕਰ ਕਰਕੇ ਤੁਸੀਂ ਥੋੜ੍ਹੀ ਆਪਣੀ ਕਿਸਮਤ ਬਦਲ ਸਕਦੇ ਹੋ। ਉਹ ਵੀ ਜਿਹੜਾ ਲਿਖਿਆ ਹੋਇਆ ਹੈ ਉਹ ਜਿਹੜਾ ਠੀਕ ਥੋੜ੍ਹਾ ਜਿਹਾ ਹੋ ਜਾਏਗਾ, ਕੋਈ ਅੜਚਨ ਪੈਂਦੀ ਦੂਰ ਹੋ ਜਾਏਗੀ। ਨਵਾਂ ਲਿਖਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸੋ ਇਸ ਲਈ ਸਹਿਜ ਸੁਭਾਅ ਭਜਨਬੰਦਗੀ ਕਰੀਏ ਜੀ। ਜੋ ਹੋਣੇ ਉਹ ਹੋ ਕੇ ਹੀ ਰਹਿਣਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ। ਨੰਬਰ 2, ਨਵੇਂ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਤਾਂ ਹੋਣੀ ਨਹੀਂ, ਜੋ ਹੋਣੀ ਉਹ ਲਿਖਿਆ ਹੋਇਆ ਉਹ ਹੋ ਕੇ ਹੀ ਹਟਣੀ ਹੈ, ਉਹ ਹੋ ਕੇ ਹੀ ਹਟਣੀ। ਹੋਣੀ ਲਿਖਿਆ ਹੋਇਆ ਕਿ ਤੁਸੀਂ ਤੱਤੀਆਂ ਤਵੀਆਂ 'ਤੇ ਬੈਠੋਗੇ, ਬਸ ਬੈਠੋਗੇ, ਹੋਣੀ ਹੈ। ਤੁਸੀਂ ਚਾਂਦਨੀ ਚੌਕ 'ਚ ਸ਼ਹੀਦੀ ਦਿਓਗੇ, ਬਸ ਦਿਓਗੇ, ਹੋਣੀ ਹੈ। ਤੁਸੀਂ 4 ਪੁੱਤਰ ਵਾਰੋਗੇ, ਹੋਣੀ ਹੈ, ਉਹ ਹੋ ਕੇ ਰਹਿਣੀ ਹੈ, ਉਹਨੂੰ ਨਹੀਂ ਕੋਈ ਟਾਲ ਸਕਦਾ ਹੁੰਦਾ।
ਇਸ ਲਈ ਬਹੁਤਾ ਫਿਕਰ ਫੁਕਰ ਨਹੀਂ ਕਰੀਦਾ ਹੁੰਦਾ, ਆਰਾਮ ਨਾਲ ਆਪਣੀ ਜ਼ਿੰਦਗੀ ਜਮੀ ਜਾਂ ਭਜਨ ਬੰਦਗੀ ਕਰਦੇ ਰਹੋ। ਜੋ ਹੋਣਾ ਉਹ ਹੋ ਕੇ ਹੀ ਰਹਿਣਾ। ਕਿਸੇ ਪਹਿਲਾ ਪੁੱਤਰ ਲਿਖਿਆ ਹੁੰਦਾ, ਕਿਸੇ ਦੇ ਪੰਜਵਾਂ ਜਾ ਕੇ ਲਿਖਿਆ ਹੁੰਦਾ। ਉਹ 4 ਧੀਆਂ ਦੇ ਫਿਰ ਪੰਜਵਾਂ ਜਾ ਕੇ ਹੁੰਦਾ। ਚੱਲ ਕਿਤੇ ਫਲਾਣੇ ਬਾਬੇ ਦੇ ਕਾਰਨ ਹੋ ਗਏ, ਫਲਾਣੇ ਕਿਸੇ ਕਾਰਨ ਨਹੀਂ ਹੋਇਆ, ਹੋਣਾ ਹੀ ਪੰਜਵਾਂ ਸੀ। ਮੇਰੇ ਕੋਲ ਬੜੀ ਤੁਹਾਡੀ ਕਿਰਪਾ ਹੋ ਗਈ ਜੀ, ਮੈਨੂੰ ਤਾਂ ਪਤਾ ਹੈਗਾ। ਚੁੱਪ ਕਰ ਇਹਨੂੰ, ਠੀਕ ਮੈਨੂੰ ਤਾਂ ਪਤਾ ਇਹਦੇ ਭਾਗਾਂ 'ਚ ਲਿਖਿਆ ਸੀ, ਬਸ ਹੋ ਗਿਆ ਹੈ। ਸੋ ਦੁੱਖ ਵਿਖਿਆ ਮਾਇਆ ਨੂੰ ਕਹਿੰਦੇ, ਕਿਉਂਕਿ ਅੰਦਰ ਮਾਇਆ ਦੀ ਬਹੁਤ ਤਿਆਸ ਹੈ, ਬਹੁਤ ਪਿਆਸ ਹੈ, ਇਸ ਲਈ ਉਹ ਦੁੱਖ ਦਾ ਕਾਰਨ ਹੈ। ਸੁਖ ਤਨ ਪਰ ਹਰੈ, ਇਹੋ ਜਿਹੇ ਬੰਦੇ ਦੇ ਸੁੱਖ ਜਿਹੜਾ ਸਰੀਰ ਨੂੰ ਛੱਡ ਕੇ ਚਲੇ ਜਾਂਦੇ ਨੇ, ਉਹਨੂੰ ਸੁੱਖ ਮਿਲਦਾ ਹੀ ਨਹੀਂ ਹੈ। ਪਰ ਹਰਾਂਦਾ ਦੂਰ ਹੋ ਜਾਣਾ, ਸੁੱਖ ਸਰੀਰ ਤੋਂ ਦੂਰ ਹੋ ਜਾਂਦੇ ਨੇ, ਪਰ ਬੰਦਾ ਦੁਖੀ ਰਹਿੰਦਾ। ਕਾਮ ਕ੍ਰੋਧ ਅੰਤਰ ਧਨ ਹਿਰੈ, ਸਾਡੇ ਅੰਦਰ ਜੋ ਧਨ ਹੈ, ਔਰ ਰੁਪਈਏ ਪੈਸੇ ਸਾਡੇ ਅੰਦਰ ਨਹੀਂ ਹੈਗੇ, ਇਹ ਬਾਹਰ ਹੀ ਹੁੰਦੇ ਨੇ। ਅੰਦਰ ਹੈ ਨਾਮ ਧਨ, ਹੀਰਾ ਹੁੰਦਾ ਚੋਰੀ ਕਰ ਲੈਣਾ। ਜਿਹੜੇ ਕਾਮ ਅਤੇ ਕ੍ਰੋਧ ਹੈ ਸਾਡੇ ਅੰਦਰ, ਜਿਹੜੇ ਨਾਮ ਧਨ ਹਨ ਉਹ ਚੋਰੀ ਕਰ ਲੈਂਦੇ ਨੇ। ਸਾਡੇ ਅੰਦਰ ਨਾਮ ਤਾਂ ਰਹਿਣ ਹੀ ਨਹੀਂ ਦਿੰਦੇ, ਅਸੀਂ ਖਾਲੀ ਹੋ ਜਾਂਦੇ। ਤਾਂ ਹੀ ਕਾਮ ਅਤੇ ਕ੍ਰੋਧ ਨੂੰ ਗੁਰਬਾਣੀ 'ਚ ਬਹੁਤ ਵੱਡੇ ਗੱਲ ਕਿਹਾ, ਕਾਮ ਕ੍ਰੋਧ ਕਾਇਆ ਕੋ ਗਲ, ਜਿਉ ਕੰਚਨ ਸੁਹਾਗਾ ਟਲ। ਇਹ ਸੁਹਾਗਾ ਜਿਹੜਾ ਨਾ ਖੇਤਾਂ 'ਚ ਫੇਰਨ ਵਾਲਾ ਨਹੀਂ, ਇਹ ਸੁਨਿਆਰਿਆਂ ਦੇ ਕੋਲ ਪਾਊਡਰ ਜਿਹਾ ਹੁੰਦਾ ਹੈ। ਜੇ ਸੋਨੇ ਨੂੰ ਉਹਨਾਂ ਨੇ ਪਿਘਲਾਉਣਾ, ਗਾਲਣਾ ਨਾ, ਉਹ ਫਿਰ ਪਾਊਡਰ ਕਰਦੇ। ਜਿਵੇਂ ਕਹਿੰਦੇ ਸੁਹਾਗਾ ਸੋਨੇ ਨੂੰ ਢਾਲ ਦਿੰਦੇ ਨਾ, ਕਾਮ ਤੇ ਕ੍ਰੋਧ ਇਸ ਤਰ੍ਹਾਂ ਸਰੀਰ ਦਾ ਨਾਸ਼ ਕਰਦੇ ਨੇ। ਕਿਉਂਕਿ ਜਦੋਂ ਦੋਨੋਂ ਦੀ ਪ੍ਰਵਿਰਤੀ ਜ਼ਿਆਦਾ ਹੋ ਜਾਂਦੀ, ਫਿਰ ਸਾਡੇ ਮੱਤ ਮਾਰੀ ਜਾਂਦੀ ਹੈ। ਚੰਗੇ ਭਲੇ ਸਿਆਣੇ ਬਿਆਣੇ ਪੜ੍ਹੇ ਲਿਖਿਆਂ ਦੀ ਮੱਤ ਮਾਰੀ ਜਾਂਦੀ ਹੈ। ਉਦੋਂ ਮੱਤ ਕੰਮ ਹੀ ਨਹੀਂ ਸਾਡੀ ਕਰਦੀ। ਜੇ ਕੰਮ ਕਰਦੀ ਹੁੰਦੀ, ਕਾਹਨੂੰ ਜੇਲ੍ਹਾਂ 'ਚ ਬੈਠੇ ਹੁੰਦੇ ਸਾਰੀ ਉਮਰ ਲਈ। ਮੱਤ ਨੇ ਕੰਮ ਨਹੀਂ ਕੀਤੀ। ਇਹ ਦੋਨੋਂ ਮੱਤ ਮਾਰ ਦਿੰਦੇ ਨੇ। ਜਦੋਂ ਗੁੱਸਾ ਚੜ੍ਹਦਾ, ਕੁਛ ਨਹੀਂ ਦੇਖਦਾ, ਕਤਲ ਕਰਨ ਤੱਕ ਚਲੇ ਜਾਂਦਾ। ਅਤੇ ਮਗਰ ਕਿ ਯਾਰ ਛੋਟੀ ਜਿਹੀ ਗੱਲ ਪਿੱਛੇ ਮਾਰਤਾ। ਇੱਕ ਬੰਦੇ ਗੁੱਸਾ ਚੜਿਆ, 3 ਸਾਲ ਦੀ ਜੀ ਕੁੜੀ ਸੀ, ਚੱਕ ਕੇ ਮਾਰੀ ਧਰਤੀ 'ਤੇ ਪਟਕਾ ਕੇ, ਲੈ ਮਰ ਗਈ। ਕੁੜੀ ਮਰ ਗਈ, ਉਹਨੂੰ ਪੁਲਿਸ ਫੜ ਕੇ ਲੈ ਗਈ। ਕੀ ਖੱਟਿਆ ਬਈ? ਪਰ ਗੁੱਸਾ ਚੜਿਆ ਹੋਇਆ ਸੀ। ਗੁੱਸੇ 'ਤੇ ਕਾਮ ਨਹੀਂ ਸੀ, ਚੰਡਾਲ ਕਹਿੰਦੇ ਨੇ। ਇਹ ਚੰਡਾਲ ਹੁੰਦਾ। ਜੇ ਕਾਮ ਅਤੇ ਕ੍ਰੋਧ ਜਿਹੜਾ ਸਾਡੇ ਅੰਦਰ ਨਾਮ ਧਨ ਹੈ ਨਾ, ਉਹਨੂੰ ਚੋਰੀ ਕਰ ਲੈਂਦੇ, ਚੁਰਾ ਲੈਂਦੇ ਨੇ। ਪਰ ਜੇ ਬੰਦਾ ਦੁਬਿਧਾ ਛੋੜ ਨਾਮ ਨਿਸਤਰ, ਜੇ ਬੰਦਾ ਇਸ ਦਵੈਤ ਪਾ ਦੁਬਿਧਾ ਨੂੰ ਛੱਡ ਦੇ, ਮਾਇਆ ਦਾ ਖਹਿੜਾ ਛੱਡ ਦੇ ਅਤੇ ਨਾਮ ਜਪੇ, ਫਿਰ ਤਾਂ ਪਾਰ ਉਤਾਰਾ ਹੋ ਸਕਦਾ। ਨਿਸਤਰ ਇਹ ਹੁੰਦਾ ਪਾਰ ਉਤਾਰਾ ਹੋਣਾ। ਨਾਮ ਜਪ ਕੇ ਹੀ ਬੰਦੇ ਦਾ ਪਾਰ ਉਤਾਰਾ ਹੁੰਦਾ। ਸਿਫਤ ਸਲਾਹਨ ਸਹਿਜ ਆਨੰਦ, ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਹੈ ਨਾ, ਇਹ ਸਾਡੇ ਅੰਦਰ ਆਨੰਦ ਪੈਦਾ ਕਰਦਾ, ਖੁਸ਼ੀ ਪੈਦਾ ਕਰਦਾ। ਨਾਮ ਜਪ ਕੇ ਬੰਦਾ ਖੁਸ਼ ਰਹਿਣਾ ਸ਼ੁਰੂ ਕਰਦਾ, ਹੌਲੀ ਹੌਲੀ। ਕਿਉਂ? ਪਰਮਾਤਮਾ ਦੇ ਕਾਰਜ ਆਪੇ ਹੀ ਸਵਾਰਦਾ ਰਹਿੰਦਾ ਹੈ। ਉਹਨੂੰ ਆਪਣੇ ਕਾਰਜਾਂ ਦੀ ਚਿੰਤਾ ਹੀ ਨਹੀਂ ਰਹਿੰਦੀ। ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਰਜ ਸਵਾਰਤ। ਅਸੀਂ ਕਾਰਜ ਸਵਾਰ ਲਈ ਭੱਜ ਨੱਠ ਕਰਦੇ ਰਹਿੰਦੇ, ਨਾਮ ਨਹੀਂ ਜਪਦੇ, ਜਾਂ ਸਾਨੂੰ ਵਿਸ਼ਵਾਸ ਨਹੀਂ ਬਾਣੀ ਦੇ। ਬਾਣੀ ਜੋ ਜਨ ਤੁਮਰੀ ਭਗਤ ਕਰੰਤੇ, ਜੋ ਲੋਕ ਹੈ ਪਰਮਾਤਮਾ ਤੇਰੀ ਭਗਤੀ ਕਰਦੇ ਹਨ, ਤਿਨ ਕੇ ਕਾਰਜ ਸਵਾਰਤ, ਤੂੰ ਉਹਨਾਂ ਦੇ ਕਾਰਜ ਸਵਾਰ ਦਿੰਦਾ ਹੈ। ਅਤੇ ਚਿੰਤਾ ਦੇ ਕਾਰਜ ਸਵਾਰਨ ਦੀ ਲੱਗੀ ਰਹਿੰਦੀ ਹੈ ਨਾ। ਨਾਮ ਜਪੀ ਜੋ, ਆਪੇ ਸਭ ਕੁਝ ਠੀਕ ਹੋ ਜਾਏਗਾ। ਨਾਮ ਨੇ ਕਿਸੇ ਚੀਜ਼ ਦੀ ਤੁਹਾਨੂੰ ਕਮੀ ਨਹੀਂ ਰਹਿਣ ਦੇਣੀ। ਨਾਮ 'ਚ ਤਾਕਤ ਹੀ ਇੰਨੀ ਹੈ। ਨਾਮ ਨੇ ਤੁਹਾਨੂੰ ਆਦਰ ਮਾਣ ਸਤਿਕਾਰ ਦੇਣਾ ਹੈ। ਨਾਮ ਨੇ ਤੁਹਾਨੂੰ ਧਨ ਦੌਲਤ ਦੇਣਾ ਹੈ। ਨਾਮ ਨੇ ਤੁਹਾਡੇ ਕਾਰਜ ਰਾਸ ਕਰਨੇ ਹਨ। ਨਾਮ ਨੇ ਤੁਹਾਨੂੰ ਸੁੱਖ ਸ਼ਾਂਤੀ ਆਨੰਦ ਦੇਣਾ ਹੈ। ਇਸ ਲਈ ਨਾਮ ਜਪਿਆ ਕਰੋ।
ਰੋਜ਼ ਰੋਜ਼ ਇਸ ਲਈ ਮੈਂ ਕਹਿੰਦਾ ਕਿ ਸਾਡੀ ਯਾਦ ਸ਼ਕਤੀ ਬੜੀ ਕਮਜ਼ੋਰ ਹੈ। ਸਾਨੂੰ ਕੁਝ ਘੰਟਿਆਂ ਬਾਅਦ ਇੱਥੇ ਸੁਣੀਆਂ ਹੋਈਆਂ ਗੱਲਾਂ ਹੀ ਭੁੱਲ ਜਾਂਦੀਆਂ ਨੇ। ਮੁੜ ਕੇ ਫਿਰ ਅਸੀਂ ਉਹ ਗੱਲਾਂ ਬਾਤਾਂ 'ਚ ਨੱਚਣ ਟੱਪਣ 'ਚ ਸਾਰਾ ਸਮਾਂ ਖਰਾਬ ਕਰ ਦਿੰਦੇ ਹਾਂ। ਸਮਾਂ ਬੜਾ ਕੀਮਤੀ ਹੈ ਅਤੇ ਥੋੜ੍ਹਾ ਮਿਲਿਆ ਹੋਇਆ ਹੈ। ਸਾਡਾ ਸਫ਼ਰ ਬਹੁਤ ਲੰਮਾ ਹੈ। ਧਰਮ ਰਾਜ ਹੀ ਕਿੰਨੀ ਦੂਰ ਹੈ। ਜੇ ਮਾਰਗ ਗਣੇ ਜਾਹੇ ਨਾ ਕੋਸਾ, ਕਦੇ ਜਿਸ ਰਸਤੇ ਕਿਲੋਮੀਟਰ ਹੀ ਨਹੀਂ ਗਿਣੇ ਜਾਦੇ, ਉਸ ਰਾਹ 'ਤੇ ਤੂੰ ਜਾਣਾ ਸਜਣਾ। ਅਤੇ ਉਹਦੇ ਰਾਹ 'ਚ ਧਰਮ ਰਾਜ ਦਾ ਪਰਮਾਤਮਾ ਤੋਂ ਬੜੀ ਦੂਰ ਹੈ। ਸਾਡਾ ਰਸਤਾ ਬਹੁਤ ਲੰਮਾ, ਸਮਾਂ ਸਾਡੇ ਕੋਲ ਥੋੜ੍ਹਾ ਹੈ। ਜਦੋਂ ਸਮਾਂ ਥੋੜ੍ਹਾ ਹੋਵੇ ਅਤੇ ਰਸਤਾ ਲੰਮਾ ਹੋਵੇ, ਫਿਰ ਇਹਦੇ ਵਿੱਚ ਸਾਨੂੰ ਲਗਾਤਾਰ ਘੰਟਿਆਂ ਬੱਧੀ ਤੁਰਨਾ ਪੈਣਾ ਹੈ, ਤਾਂ ਜਾ ਕੇ ਗੱਲ ਬਣਨੀ। ਉੜਦੇ ਬੈਠਦੇ ਤੁਰਦੇ ਫਿਰਦੇ ਨਾਮ ਜਪੀ ਜਾਂਦਾ, ਆਪੇ ਪਰਮਾਤਮਾ ਤੁਹਾਡੇ ਕਾਰਜ ਰਸ ਕਰ ਦੇਗਾ। ਫਿਰ ਤੁਹਾਡੀ ਕੁੜੀ ਵੀ ਉਹਨੇ ਆਪੇ ਤੁਹਾਨੂੰ ਆ ਕੇ ਦੱਸ ਪਾ ਦੇਗਾ। ਉਹ ਸੁਣਿਆ ਫਲਾਣੇ ਦਾ ਮੁੰਡਾ ਵੀ ਠੀਕ ਹੈ, ਦੇ ਉਹਨਾਂ ਨਾਲ ਗੱਲਬਾਤ ਤੁਸੀਂ ਚਲਾ ਕੇ ਵੇਖ ਲਓ, ਦੱਸ ਪਾਉਣ ਵਾਲੇ ਵੀ ਆ ਜਾਣਗੇ ਆਪੇ। ਸਿਫਤ ਸਲਾਹਨ, ਜਿਹੜੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਇਹ ਅੰਦਰ ਸਹਿਜ ਅਵਸਥਾ ਅਤੇ ਆਨੰਦ ਦੀ ਅਵਸਥਾ ਪੈਦਾ ਕਰਦਾ ਹੈ। ਸਖਾ ਸੈਨ ਪ੍ਰੇਮ ਗੋਬਿੰਦ, ਪਰਮਾਤਮਾ ਜਿਹੜਾ ਪਿਆਰ ਹੈ ਇਹੀ ਸਾਡਾ ਸਖਾ ਹੁੰਦਾ, ਸਾਥੀ। ਸੈਨ ਹੁੰਦਾ ਮਿੱਤਰ, ਇਹੀ ਸਾਡਾ ਸਾਥੀ ਹੈ, ਇਹੀ ਸਾਡਾ ਮਿੱਤਰ ਹੈ। ਕੌਣ? ਰੱਬ ਦਾ ਪਿਆਰ। ਰੱਬ ਨੂੰ ਪਿਆਰ ਕਰੋ, ਇਹੀ ਤੁਹਾਡਾ ਮਿੱਤਰ ਹੈ, ਇਹੀ ਤੁਹਾਡਾ ਸਖਾ। ਫੈਲੋ ਜਿਹਨੂੰ ਇੰਗਲਿਸ਼ ਕਹਿੰਦੇ, ਇਹ ਜੀ ਮੇਰੇ ਕਲਾਸ ਫੈਲੋ ਹੈ, ਕਲਾਸ ਦਾ ਸਾਥੀ ਹੈ। ਆਪੇ ਕਰੇ ਆਪੇ ਬਖਸ਼ਿੰਦ, ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਅਤੇ ਆਪ ਹੀ ਉਹਨਾਂ ਨੂੰ ਬਖਸ਼ਣ ਵਾਲਾ ਹੈ। ਉਹ ਆਪ ਹੀ ਕਰਦਾ, ਆਪ ਹੀ ਬਖਸ਼ਦਾ। ਤਨ ਮਨ ਹਰ ਪੈ ਆਗੇ ਜਿੰਦ, ਇਸ ਲਈ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪਰਮਾਤਮਾ ਅੱਗੇ ਪੇਸ਼ ਕਰ ਦੇ ਦੇਵੇ। ਆਹ ਲਓ ਜੀ ਤੁਹਾਡਾ ਜੀ। ਇਹ ਨਹੀਂ ਕਿ ਤੁਸੀਂ ਆਪਣਾ ਸਰੀਰ ਉੱਤ ਦੇ ਆਉਣਾ ਜੀ, ਮਨ ਜਾਂ ਜਿੰਦ ਦੇ ਵਿੱਚੋਂ ਕੱਢ ਕੇ ਦੇ ਆਉਣੀ ਨਹੀਂ। ਤਨ, ਤਨ ਨਾਲ ਉਹ ਕੰਮ ਕਰਨੇ ਨੇ ਜਿਹੜਾ ਗੁਰਬਾਣੀ ਕਰਨ ਨੂੰ ਕਹਿੰਦੀ ਹੈ। ਇਹ ਹੈ ਤਨ ਅਰਪਣ ਕਰਨਾ। ਪਰ ਅਸੀਂ ਤਾਂ ਇਸ ਤਨ ਨਾਲ ਗੁਰਬਾਣੀ ਦੇ ਵਿਰੁੱਧ ਕਰਮ ਕਰਦੇ ਹਾਂ ਅਤੇ ਦੁੱਖ ਭੋਗੀ ਜਾਂਦੇ। ਕਿਸੇ ਵੀ ਚੀਜ਼ ਦੀ ਜਦੋਂ ਤੁਸੀਂ ਦੁਰਵਰਤੋਂ ਕਰੋਗੇ ਤੁਹਾਨੂੰ ਨੁਕਸਾਨ ਪਹੁੰਚਾਏਗੀ। ਚਾਕੂ ਬਣਾਇਆ ਸਬਜ਼ੀਆਂ ਕੱਟਣ ਲਈ, ਉਹ ਢਿੱਡ ਪਾੜਨ ਲਈ ਨਹੀਂ ਬਣਾਇਆ। ਚਾਕੂ ਨਾਲ ਢਿੱਡ ਵੀ ਪਾੜਿਆ ਜਾ ਸਕਦਾ ਹੈ। ਇਹ ਉਹਦੀ ਦੁਰਵਰਤੋਂ ਹੈ। ਇਹ ਦੁਰਵਰਤੋਂ, ਚੀਜ਼ ਦੀ ਸਹੀ ਵਰਤੋਂ ਕਰਨੀ ਹੈ। ਤਨ ਮਿਲਿਆ, ਇਸ ਨਾਲ ਉਹ ਕੰਮ ਕਰਨੇ ਨੇ ਜਿਹੜੇ ਬਾਣੀ ਕਰਨ ਨੂੰ ਕਹਿੰਦੇ ਨੇ। ਜਿਸ ਤੋਂ ਬਾਣੀ ਰੋਕਦੀ ਹੈ ਉਹ ਇਸ ਤਨ ਨਾਲ ਕਰਮ ਨਹੀਂ ਕਰਨਾ। ਬਾਣੀ ਕਿਤੇ ਚੋਰੀ ਨਹੀਂ ਕਰਨੀ, ਇਸ ਸਰੀਰ ਨਾਲ ਚੋਰੀ ਨਹੀਂ ਕਰਨੀ। ਬਾਣੀ ਕਿਤੇ ਬਦਮਾਸ਼ੀ ਨਹੀਂ ਕਰਨੀ, ਇਸ ਸਰੀਰ ਨਾਲ ਬਦਮਾਸ਼ੀ ਨਹੀਂ ਕਰਨੀ। ਸਰੀਰ ਨੂੰ ਗੁਰਬਾਣੀ ਅਨੁਸਾਰ ਵਰਤਣਾ, ਇਹ ਅੰਦਰ ਤਨ ਅਰਪਣ ਕਰਨਾ। ਮਨ ਹੈ, ਮਨ 'ਚ ਉਹੀ ਖਿਆਲ ਲਾਉਣੇ ਜਿਹੜੇ ਗੁਰਬਾਣੀ ਅਨੁਸਾਰ ਹਨ। ਜਿਹੜੇ ਖਿਆਲ ਗੁਰਬਾਣੀ ਦੇ ਵਿਰੁੱਧ ਨੇ, ਮਨ 'ਚ ਖਿਆਲ ਆ ਰਿਹਾ ਵੀ ਕੋਈ ਨਹੀਂ ਵੇਖ ਰਿਹਾ, ਆਹ ਮਾਇਆ ਦਾ ਢੇਰ ਲੱਗਿਆ ਹੋਇਆ ਹੈ, ਲੈ ਜਾਓ ਚੱਕ ਕੇ। ਤਾਂ ਹੀ ਕਈ ਸਾਨੂੰ ਕਹਿੰਦੇ ਨੇ, ਬਾਬਾ ਜੀ ਤੁਸੀਂ ਨਾ ਗੋਲਕ ਨਹੀਂ ਰੱਖਦੇ। ਐਡਾ ਵੱਡਾ ਗੁਰਦੁਆਰਾ ਗੋਲਕ ਹੈ ਨਹੀਂ, ਉੱਥੇ ਨਹੀਂ ਨਾ ਅਸੀਂ ਰੱਖਦੇ, ਉੱਥੇ ਨਹੀਂ ਹੁੰਦਾ। ਗੁਲਜ਼ਾਰ ਕਹਿੰਦਾ ਜੀ ਸਾਡੇ ਕੋਈ ਚੋਰੀ ਹੀ ਨਹੀਂ ਕਰਦਾ, ਗੋਲਕ ਅਸੀਂ ਕਾਹਦੇ ਲਈ ਰੱਖਣੀ। ਤੁਸੀਂ ਤਾਂ ਵੱਡੇ ਵੱਡੇ ਜੰਦਰੇ ਲਾ ਰੱਖੇ ਹੁੰਦੇ, ਉਹਦੇ ਉੱਤੇ ਫਿਰ ਤੂੰ ਸੀਲ ਲਾਈ ਹੁੰਦੀ ਹੈ। ਸਾਡੇ ਤਾਂ ਕੋਈ ਜੰਦਰਾ ਨਹੀਂ ਲੱਗੇ, ਕੋਈ ਸੀਲ ਨਹੀਂ ਲੱਗੀ। ਆ ਪਏ ਨੇ, ਬਾਬਾ ਜੀ ਅਰਦਾਸ ਕਰਕੇ ਚਲੇ ਗਏ, ਮੈਂ ਮਗਰੋਂ ਇਕੱਠੇ ਕਰਕੇ ਉਹਨਾਂ ਨੂੰ ਦੇ ਆ ਲਓ। ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਵੀ ਹੈ ਕਮਾਲ ਯਾਰ, ਨਾ ਗੋਲਕੀ ਕੋਈ ਨਹੀਂ ਰੱਖੀ। ਸੋ ਇਸ ਲਈ
ਜਦੋਂ ਬੰਦਾ ਸਮਝੇ ਵੀ ਇਹ ਗੁਰੂ ਦੇ ਪੈਸੇ ਨੇ, ਮੈਂ ਵਰਤਾਂਗਾ, ਮੇਰੇ ਤੇ ਬੜਾ ਵੱਡਾ ਭਾਰ ਚੜ੍ਹੇਗਾ। ਜਦੋਂ ਅਸੀਂ ਮੱਥਾ ਟੇਕਤਾ ਗੁਰੂ ਦੇ ਹੋ ਗਏ, ਅਤੇ ਫਿਰ ਉਹਦੇ ਵਿੱਚੋਂ ਚੁੱਕਣੇ, ਇਹ ਤਾਂ ਗੁਰੂ ਦੀ ਚੋਰੀ ਕਰਨਾ ਹੈ। ਆਪਾਂ ਕਿਸੇ ਦੇ ਘਰ ਚੋਰੀ ਕਰ ਲਈ ਅਤੇ ਗੁਰੂ ਅੱਗੇ ਨੱਕ ਰਗੜ ਸਾ, ਸੱਚੇ ਪਾਤਸ਼ਾਹ ਗਲਤੀ ਹੋ ਗਈ, ਬਚਾਈ ਮੈਨੂੰ। ਹੁਣ ਗੁਰੂ ਦੇ ਚੱਕ ਲੈਣੇ, ਫਿਰ ਕੌਣ ਬਚਾਊਗਾ? ਦੱਸੋ, ਫਿਰ ਕਿੱਦੇ ਕੇ ਫਰਿਆਦ ਕਰੋਗੇ? ਗੁਰੂ ਕਹਿੰਦੇ ਤੂੰ ਤਾਂ ਮੈਨੂੰ ਨਹੀਂ ਛੱਡਿਆ, ਹੋਰਾਂ ਨੂੰ ਤੂੰ ਕੀ ਛੱਡੇਗਾ? ਜਿਹੜਾ ਸਿੱਖ ਗੁਰੂ ਨਹੀਂ ਬਖਸ਼ਦਾ, ਸਾਨੂੰ ਕੀ ਬਖਸ਼ੇਗਾ? ਇਸ ਲਈ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਬਚ ਕੇ ਰਹਿਣਾ ਹੈ। ਇਹਨਾਂ ਤੁਹਾਨੂੰ ਕੋਈ ਨਹੀਂ ਬਖਸ਼ਣਾ, ਇਹ ਤਾਂ ਗੁਰੂ ਨੂੰ ਨਹੀਂ ਬਖਸ਼ਦੇ ਹੈਗੇ। ਗੋਲਕਾਂ ਗਿਣਦੇ ਹੋਏ 2-2 ਹਜ਼ਾਰ ਦੇ ਨੋਟ, 5 ਪੈਸੇ ਦੇ ਨੋਟ ਇੱਧਰ ਉੱਧਰ ਨੂੰ ਕਰ ਦਿੰਦੇ। 8 ਲੱਖ ਹੋ ਗਿਆ ਚੜਾਵਾ, ਉੱਥੇ ਕਾਗਜ਼ਾਂ 7 ਲੱਖ ਚੜਾਉਣਾ, 1 ਲੱਖ ਗਿਆ ਵਿੱਚ, ਕਾਗਜ਼ਾਂ 7 ਲੱਖ ਉਹਦਾ ਕਰ ਦਿੰਦੇ। ਇਸ ਲਈ ਇਹ ਜਿਹੜੇ ਗੁਰਦੁਆਰਿਆਂ ਨਾਲ ਸੰਬੰਧਿਤ ਲੋਕ ਨੇ, ਚਾਹੇ ਜਾਣ ਜਾਂ ਕੋਈ, ਇਹਨਾਂ ਤੋਂ ਬਚ ਕੇ ਰਹਿਣਾ। ਕੋਈ ਇਹਨਾਂ ਦਾ ਵਿਸ਼ਵਾਸ ਨਹੀਂ, ਇਹ ਤਾਂ ਗੁਰੂ ਨੂੰ ਨਹੀਂ ਛੱਡਦੇ, ਤੁਹਾਨੂੰ ਕੀ ਛੱਡਣਗੇ? ਇਸ ਲਈ ਗੁਰੂ ਦੇ ਗੁਰੂ ਦੀ ਕੋਈ ਵੀ ਚੀਜ਼ ਹੈ ਗੁਰਦੁਆਰੇ ਦੇ ਵਿੱਚ ਹੈ। ਤੁਸੀਂ ਚੱਪਲਾਂ ਜੁੱਤੀ ਲਾਈ ਹੈ, ਇਸ ਵੇਲੇ ਤੁਸੀਂ ਗੁਰੂ ਦੇ ਹਵਾਲੇ ਕਰਤੀ, ਕੋਈ ਨਹੀਂ ਉੱਥੇ ਬੈਠਾ। ਤੁਸੀਂ ਇਸ ਵਿਸ਼ਵਾਸ ਨਾਲ ਲਾ ਕੇ ਆਏ, ਗੁਰਦੁਆਰਾ ਸਾਡੀ ਕੋਈ ਚੀਜ਼ ਨਹੀਂ ਚੱਕੇਗਾ। ਪਰ ਮੈਂ ਦੇਖਿਆ ਡੇਰਿਆਂ ਤੋਂ ਲੋਕ ਡਰਦੇ ਨੇ, ਕਿਸੇ ਡੇਰੇ ਚਲੇ ਜਾਓ, ਜੁੱਤੀ ਜਿੱਥੇ ਮਰਜ਼ੀ ਨੇ, ਤੁਹਾਡੀ ਕੋਈ ਨਹੀਂ ਚੱਕੇਗਾ। ਗੁਰਦੁਆਰੇ ਤੁਹਾਡੀ ਲਾਈਟ ਤੇ ਤੁਹਾਡੀ ਚੱਕੀ ਨੇ। ਉਹ ਵੇਖਦੇ, ਉਹ ਅੰਦਰ ਗਿਆ, ਵੇਖਦੇ ਵੀ ਫਿੱਟ ਆਉਂਦੀ ਹੈ, ਪਾ ਪੂ ਕੇ ਵੇਖ ਲਈ, ਫਿੱਟ ਵਧੀਆ, ਨਵੀਂ ਹੈ, ਆਪਣੀ ਪੁਰਾਣੀ ਛੱਡ ਹੋਣੀ, ਨਵੀਂ ਪਾਉਣੀ ਹੈ। ਕਈ ਤਾਂ ਜ਼ਿਆਦਾ ਹੀ ਸਿਆਣੇ ਨੇ, ਆਪਣੀ ਪੁਰਾਣੀ ਘਰ ਛੱਡ ਜਾਂਦੇ ਨੇ, ਨੰਗੇ ਪੈਰੀ ਜਾਂਦੇ ਨੇ। ਅਗਰ ਕਿ ਬੱਲੇ ਬੱਲੇ ਬਈ ਬੀਬੀ ਕਿੰਨੀ ਸ਼ਰਧਾਲੂ ਹੈ, ਨੰਗੇ ਪੈਰੀ ਆਉਂਦੀ ਹੈ। ਜਾਂਦਿਆਂ ਦੇਖਿਆ ਕਰੋ ਨੰਗੇ ਪੈਰੀ, ਕਿ ਚੱਪਲਾਂ ਵਧੀਆ ਪਾਈਆਂ ਹੋਈਆਂ ਉਹਨਾਂ ਨੇ। ਇਹ ਵੀ ਹੈ ਜੀ। ਤਾਂ ਹੀ ਉਹ ਕਹਿੰਦੇ ਪਏ ਅਸੀਂ ਜ਼ਿੰਮੇਵਾਰ ਨਹੀਂ ਹੈਗੇ, ਇੱਥੇ ਜਮ੍ਹਾਂ ਕਰਾਓ, ਨਹੀਂ ਤਾਂ ਅਸੀਂ ਕੋਈ ਜ਼ਿੰਮੇਵਾਰ ਤੁਹਾਡੇ ਚੱਕ ਕੇ ਲੈ ਜਾਏਗਾ। ਲਾ ਕੇ ਦੇਖ ਲਓ ਕਦੇ ਬਾਹਰ, ਜੇ ਨਾ ਤੁਹਾਡੀ ਵਧੀਆ ਜੁੱਤੀ ਚੱਪਲ, ਇੱਥੋਂ ਚੱਕ ਕੇ ਲੈ ਜਾਂਦੇ। ਫਿਰ ਮੈਂ ਕਹਿੰਦਾ ਇੱਕ ਅੱਧਾ ਦਿਨ ਉਡੀਕ ਕਰ ਲਓ ਵੀ ਕਈ ਵਾਰੀ ਬੰਦਾ ਕਾਹਲੀ ਦੀ ਗੱਲਾਂ ਮਾਰਦਾ ਰਹਿੰਦਾ, ਹੇਠਾਂ ਵੇਖਦੇ ਨਹੀਂ ਮੇਰੀ ਜੁੱਤੀ ਕਿਸ ਦੀ ਪਾ ਕੇ ਚੱਲੇ। ਇੱਕ ਵਾਰੀ ਇੱਕ ਬੰਦਾ ਇੱਕ ਆਪਣਾ ਪੈਰ ਪਾ ਗਿਆ, ਇੱਕ ਕਿਸੇ ਦਾ ਹੋਰ ਪਾ ਗਿਆ। ਉਹ ਜੋ ਦੂਜਾ ਸੀ ਕਹਿੰਦਾ ਜੀ ਹੈ ਤਾਂ ਮੇਰੇ ਨਾਪ ਦੀ, ਪਰ ਇਹ ਪੈਰ ਆ ਡਲਣੇ, ਮੈਂ ਕੋਈ ਨਹੀਂ ਇੱਥੇ ਪੈਰਾਂ ਨੂੰ ਕੱਲ ਨੂੰ ਘੰਟੇ ਨੂੰ ਮੁੜ ਆਵੇਗਾ, ਹੁਣ ਘਰ ਜਾ ਕੇ ਪਤਾ ਲੱਗ ਯਾਰ ਚੁੱਭਦਾ ਫਿੱਟ ਨਹੀਂ ਕੋਈ। ਸੋ ਇਸ ਲਈ ਗੁਰੂ ਦੀ ਚੀਜ਼ ਨੂੰ ਕਦੇ ਵੀ ਨਹੀਂ ਛੇੜੀਦਾ ਹੁੰਦਾ, ਕਿਉਂ ਗੁਰੂ ਮਹਾਰਾਜ ਵੇਖ ਰਹੇ ਹੁੰਦੇ ਨੇ। ਇਹ ਨਾ ਸਮਝੋ ਵੀ ਅੱਜ ਬਾਣੀ ਨੂੰ ਦਿਸਦਾ ਨਹੀਂ ਹੈ, ਗੁਰੂ ਗ੍ਰੰਥ ਦਿਸਦਾ ਨਹੀਂ ਤੇ ਕਾਗਜ਼ ਹੈ, ਪਤਾ ਨਹੀਂ। ਸਦ ਸੁਣਦਾ ਸਦ ਵੇਖਦਾ। ਗੁਰੂ ਮਹਾਰਾਜ ਰੂਹ ਰੂਪ ਦੇ ਵਿੱਚ ਨੇ। ਦਸਾਂ ਆਪਾਂ ਲਿਖਦੇ, ਦਸਾਂ ਗੁਰੂ ਨੇ ਆਤਮਿਕ ਜੋਤ, ਉਹਨਾਂ ਦੀ ਆਤਮਾ ਦੇ ਵਿੱਚ, ਅਤੇ ਆਤਮਾ ਨੇ ਵੇਖਣਾ ਸਰੀਰ ਤੋਂ ਛੱਡ ਗਏ ਨੇ, ਆਤਮਾ ਹੁੰਦੇ। ਜਦੋਂ ਉਹਨਾਂ ਇੱਥੇ ਆਉਂਦੇ ਨਾ, ਸੂਖਸ਼ਮ ਸਰੀਰ ਆਉਂਦਾ, ਸਥੂਲ ਸਰੀਰ ਤੋਂ ਤਿਆਗ ਗਏ, ਸੂਖਸ਼ਮ ਸਰੀਰ 'ਚੋਂ ਆਉਂਦੇ ਨੇ। ਇਸ ਲਈ ਉਹ ਦਿਸਦੇ ਨਹੀਂ ਹੈਗੇ। ਹੱਥ ਲਾਓਗੇ ਤੁਹਾਡੇ ਹੱਥ 'ਚ ਆਉਂਦੇ, ਕਿਉਂਕਿ ਸੂਖਸ਼ਮ ਨੇ, ਉਹ ਵੇਖ ਸਭ ਕੁਛ ਰਹੇ ਨੇ। ਪਰ ਕਿਉਂਕਿ ਲੋਕ ਗੁਰੂ ਤੋਂ ਡਰਦੇ ਨਹੀਂ, ਇਸ ਲਈ ਕੈਮਰੇ ਲਾਉਣੇ ਪੈ ਗਏ। ਪਹਿਲਾਂ ਅਸੀਂ ਕੈਮਰਾ ਨਹੀਂ ਸੀ ਲਾਇਆ, ਅਜੇ ਲਾਇਆ ਹੀ ਲਾਇਆ ਸੀ ਕੈਮਰਾ। ਇੱਕ ਮੁੰਡਾ ਸਕੂਲੋਂ ਆਇਆ 5ਵੀਂ 6ਵੀਂ ਦਾ, ਹੁਣ ਐਂ ਪਏ ਹੁੰਦੇ, ਅਤੇ ਉਦੋਂ ਗੋਲਕ ਨਹੀਂ ਸੀ ਹੁੰਦੀ, ਵੈਸੇ ਹੀ ਪੈਸੇ ਪਏ ਹੁੰਦੇ ਸੀ। ਮੈਂ ਹੇਠੋਂ ਕੁਦਰਤੀ ਜਾਗਦਾ ਵੇਖ ਰਿਹਾ, ਮੈਂ ਕੈਮਰੇ, ਮੈਂ ਇਕੱਲੇ ਹੀ ਜਾ ਰਿਹਾ ਉੱਤੇ, ਅਤੇ ਜੇ ਬਿੱਲੀ ਹੌਲੀ ਹੌਲੀ ਜਦ ਨੀਵੀਂ ਹੋ ਕੇ, ਇਹ ਮੈਂ ਜੇ ਨੀਵਾਂ ਹੋ ਕੇ ਪੌੜੀਆਂ ਚੜ੍ਹ ਦੇਣਾ, ਇਹ ਕੋਈ ਕੁਛ ਕਰੂਗਾ। ਮੈਂ ਥੋੜ੍ਹਾ ਸਾਵਧਾਨ ਹੋ ਗਿਆ। ਆਇਆ, ਦੇਖਿਆ ਉਹਨੇ ਵੀ ਕੋਈ ਨਹੀਂ। 5 ਰੁਪਈਏ 5 ਦਾ ਨੋਟ ਚੱਕ ਲਿਆ, ਸੱਜੀ ਜੇਬ 'ਚ ਪਾ ਲਿਆ। ਫਿਰ ਗੇਟ ਤੱਕ ਗਿਆ ਵੀ ਕੋਈ ਨਹੀਂ ਆ ਰਿਹਾ। ਫਿਰ ਆਇਆ, ਫਿਰ 5 ਰੁਪਈਏ ਚੱਕ ਲਏ, ਖੱਬੀ ਜੇਬ 'ਚ ਪਾ ਲਏ। ਫਿਰ ਗਿਆ ਗੇਟ ਕੋਲੇ ਵੀ ਕੋਈ ਨਹੀਂ ਹੈ। ਫਿਰ ਆਇਆ, ਫਿਰ 5 ਰੁਪਈਏ ਚੱਕ ਲਏ, ਪਿਛਲੀ ਜੇਬ 'ਚ ਪਾ ਲਏ। ਫਿਰ ਆ ਰਿਹਾ ਹੇਠਾਂ, ਅਤੇ ਮੈਂ ਵੀ ਆ ਕੇ ਖਲੋ ਗਿਆ। ਮੈਂ ਇੱਕ ਮਾਰਿਆ, ਉਤਰਦੇ ਸਾਰੇ ਰਖੜਾ,
ਮੈਂ ਜਿੰਨੇ ਚੱਕੇ ਲੈ ਦੇ ਇੱਕ ਪਾਸੇ ਦੇ ਤੇ, ਇੱਕ ਹੋਰ ਵੱਜਿਆ, ਫਿਰ ਦੂਜੇ ਪਾਸੇ ਦੇ, ਇੱਕ ਹੋਰ ਵਾਰ ਤੀਜੇ ਪਾਸੇ ਦੇ। ਮੈਂ ਖਬਰਦਾਰ ਜੇ ਮੁੜ ਕੇ ਆਇਆ ਤੂੰ ਇਹ ਤਾਂ ਲਾਉਣੇ ਪਏ, ਨਹੀਂ ਤਾਂ 15 ਰੁਪਏ ਲੈ ਚੱਲਿਆ ਸੀ। ਬੱਚੇ ਨੂੰ ਗਿਆਨ ਨਹੀਂ ਕਿ ਮੈਂ ਗੁਰੂ ਦੇ ਪੈਸੇ ਚੱਕ ਰਿਹਾ, ਇਹਦਾ ਪਾਪ ਕਿੰਨਾ ਚੜ੍ਹਨਾ, ਇਹ ਗਿਆਨ ਨਹੀਂ ਸੀ। ਹਾਂ, ਬਹੁਤੇ ਲੋਕਾਂ ਨੂੰ ਗਿਆਨ ਨਹੀਂ ਕਿ ਕਿੱਡਾ ਵੱਡਾ ਪਾਪ ਹੈ ਗੁਰੂ ਦੇ ਘਰ ਚੋਰੀ ਕਰਨਾ। ਇਹ ਤਾਂ 2 ਜਹਾਨਾਂ ਜਾ ਓਟ ਆਸਰੇ ਕੋਈ ਨਹੀਂ ਮਿਲਣਾ ਹੈਗਾ, ਕਿੱਡਾ ਵੱਡਾ ਪਾਪ ਹੈ। ਕਹਿੰਦੇ ਆਪਣੇ ਗੁਰੂ ਜਾਂ ਆਪਣਾ ਜਿਹੜਾ ਟੀਚਰ ਹੁੰਦਾ ਉਹਦੀ ਘਰ ਵਾਲੀ ਵੱਲ ਬੁਰੀ ਨਜ਼ਰ ਨਾ ਵੇਖਣਾ ਬਹੁਤ ਵੱਡਾ ਪਾਪ ਹੈ। ਉਹ ਮਾਂ ਵਰਗੀ ਹੁੰਦੀ ਹੈ, ਗੁਰੂ ਦੀ ਘਰ ਵਾਲੀ ਤੁਹਾਡੇ ਮਾਂ ਵਰਗੀ ਹੁੰਦੀ ਹੈ, ਉਹਦੇ ਕਦੇ ਮਾੜੀ ਨਿਗਾਹ ਨਾਲ ਨਹੀਂ ਤੱਕੀਦਾ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਝੂਠ ਵਿਕਾਰ ਮਹਾ ਦੁੱਖ ਦੇ, ਭੇਖ ਵਰਨ ਦੀਸੈ ਸਭ ਖੇ। ਝੂਠ ਅਤੇ ਵਿਕਾਰ ਹੁੰਦੀਆਂ ਬੁਰਾਈਆਂ, ਮਹਾ ਦੁੱਖ ਦੇ ਹੁੰਦੇ ਸਰੀਰ ਦੇ ਹੀ। ਝੂਠ ਅਤੇ ਬੁਰਾਈਆਂ ਸਰੀਰ ਨੂੰ ਬਹੁਤ ਵੱਡਾ ਦੁੱਖ ਦਿੰਦੀਆਂ ਹਨ। ਸਰੀਰ ਦੁਖੀ ਹੁੰਦਾ ਝੂਠ ਅਤੇ ਵਿਕਾਰ ਨੂੰ। ਭੇਖ ਵਰਨ ਦੀਸੈ ਸਭ ਖੇ। ਆ ਜਿਹੜੇ ਭੇਖ ਧਾਰਨ ਕੀਤੇ ਹੋਏ ਨੇ, ਵਰਨ ਜੋ ਜਾਤ ਪਾਤ ਹੈ, ਸਭ ਇਹ ਤਾਂ ਮਿੱਟੀ ਦੀ ਨਿਆਈ ਹੈ। ਇਹਨਾਂ ਦੀ ਕੀ ਕੀਮਤ ਹੈ? ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਪਰਮਾਤਮਾ ਦੀ ਨਜ਼ਰ 'ਚ ਭੇਖ ਦੀ ਕੋਈ ਕੀਮਤ ਨਹੀਂ ਹੈ। ਉਸ ਨੂੰ ਕੋਈ ਲੈਣਾ ਦੇਣੇ, ਤੁਸੀਂ ਰੋਣ ਮੋਣ ਹੋ ਕਿ ਵਾਲਾਂ ਵਾਲੇ ਹੋ, ਤੁਹਾਨੂੰ ਇਸ ਗੱਲ ਦੀ ਕੋਈ ਲੋੜ ਨਹੀਂ। ਇਹ ਤਾਂ ਗੁਰੂਆਂ ਨੂੰ ਹੁੰਦਾ। ਜਿਹਦੇ ਗੁਰੂ ਨੇ ਕਹਿਤਾ ਤੁਸੀਂ ਮੂੰਹ 'ਤੇ ਪੱਟੀ ਬੰਨ੍ਹਣੀ ਹੈ, ਬਸ ਉਹਨੇ ਵਿਚਾਰੇ ਨੇ ਬੰਨ੍ਹਣੀ ਹੀ ਬੰਨ੍ਹਣੀ ਹੈ। ਜੋ ਨਹੀਂ ਬਣਦਾ ਉਹਦਾ ਗੁਰੂ ਨਾਰਾਜ਼ ਹੈ। ਜਿਹਦਾ ਗੁਰੂ ਕਹਿੰਦਾ ਤੁਸੀਂ ਉਸਤਰੀ ਨਾਲ ਸਿਰ ਐਨ ਰੋਣ ਮੋਣ ਕਰ ਦੇਣ, ਟਿੰਡ ਕੱਢ ਦੇਣੀ ਹੈ, ਉਹ ਉਸਤਰੀ ਕਰਦਾ। ਕਿਸਦਾ ਗੁਰੂ ਕਹਿੰਦਾ ਜੋਗੀ ਰੰਗ ਦੇ ਕੱਪੜੇ ਪਾ ਕੇ ਰੱਖੇ ਨੇ, ਉਹਨੇ ਪਾਉਣੇ ਹੀ ਪਾਉਣੇ ਨੇ। ਕਿਸਦਾ ਗੁਰੂ ਕਹਿੰਦਾ ਕੰਨ 'ਚ ਵੱਡੀਆਂ ਵੱਡੀਆਂ ਮੁੰਦਰਾਂ ਪਾਓ, ਉਹਨੇ ਪਾਉਣੀਆਂ ਹੀ ਪਾਉਣੀਆਂ ਨੇ। ਅਤੇ ਕਿਸੇ ਦਾ ਗੁਰੂ ਕਹਿੰਦਾ 5 ਕਕਾਰੀ ਹੋ, ਅਤੇ ਉਹਨੂੰ ਹੋਣਾ ਹੀ ਪੈਣਾ। ਸਮੱਸਿਆ ਕੀ ਹੈ ਕਿ ਰੱਬ ਕਹਿੰਦਾ ਮੁੰਝ ਸਿੱਧਾ ਮਿਲਦਾ ਨਹੀਂ। ਨਹੀਂ ਤਾਂ ਨਾ ਕਿਸੇ ਗੁਰੂ ਦੀ ਲੋੜ ਸੀ, ਨਾ ਕੋਈ ਧਰਮ ਹੋਣੇ ਸਨ, ਨਿਬੜਿਆ ਕੰਮ। ਲੋਕ ਚਾਹੇ ਵਾਹਿਗੁਰੂ ਵਾਹਿਗੁਰੂ ਕਰ ਜਾਓ, ਰਾਮ ਰਾਮ ਕਰ ਜਾਓ, ਅੱਲਾ ਅੱਲਾ ਕਰ ਜਾਓ, ਰੱਬ ਨੇ ਮਿਲ ਹੀ ਜਾਣਾ ਸੀ। ਰੱਬ ਨੇ ਆਪ ਹੀ ਕਹਿਤਾ ਕਿ ਮੈਂ ਸਿੱਧਾ ਨਹੀਂ ਕਿਸੇ ਨੂੰ ਮਿਲਣਾ, ਮੈਂ ਗੁਰੂ ਰਾਹੀਂ ਮਿਲਣਾ। ਅਤੇ ਫਿਰ ਜਿਵੇਂ ਗੁਰੂ ਕਹਿੰਦਾ ਉਵੇਂ ਸਾਨੂੰ ਕਰਨਾ ਪੈਂਦਾ। ਹੋਰ ਪਰਮਾਤਮਾ ਨੂੰ ਕੋਈ ਨਹੀਂ ਹੈਗਾ ਵੀ ਹਾਂ ਤੁਸੀਂ ਦਾੜੀ ਰੱਖੀ ਜਾਂ ਨਹੀਂ ਰੱਖੀ ਹੈ। ਇਹ ਤਾਂ ਗੁਰੂਆਂ ਨੂੰ ਮਤਲਬ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਜੋ ਉਪਜੈ ਸੋ ਆਵੈ ਜਾਏ। ਜੋ ਵੀ ਪੈਦਾ ਹੋਇਆ ਉਹ ਜੰਮਣ ਮਰਨ ਦੇ ਚੱਕਰ 'ਚ ਹੈ। ਆਵੈ ਇਸ ਸੰਸਾਰ 'ਚ ਆਉਂਦਾ, ਜਾਏ ਇਸ ਸੰਸਾਰ ਤੋਂ ਜਾਂਦਾ। ਜੋ ਵੀ ਪੈਦਾ ਹੋਇਆ ਹੈ। ਨਾਨਕ ਅਸਥਿਰ ਨਾਮ ਰਜ਼ਾਏ। ਅਸਥਿਰ ਹੁੰਦਾ ਸਦਾ ਰਹਿਣ ਵਾਲਾ। ਹਿੰਦੀ ਦਾ ਸ਼ਬਦ ਹੈ ਸਥਿਰ, ਅੱਧਾ ਸੱਸਾ ਥੱਥੇ ਨੂੰ ਸਿਹਾਰੀ ਰਾਰਾ, ਸਥਿਰ। ਜਿੰਨੇ ਹਿੰਦੀ 'ਚ ਅੱਧੇ ਸੱਸੇ ਵਾਲੇ ਸ਼ਬਦ ਹਨ, ਗੁਰਬਾਣੀ 'ਚ ਉਹਨਾਂ ਦੇ ਅੱਗੇ ਆੜਾ ਲੱਗ ਜਾਂਦਾ। ਅਸਥਿਰ, ਇਹਨੂੰ ਅਸਥਿਰ ਨਹੀਂ ਪੜ੍ਹਨਾ। ਇਹ ਸਥਿਰ ਦਾ ਵਿਰੋਧੀ ਸ਼ਬਦ ਨਹੀਂ ਹੈ, ਇਹ ਅਸਥਿਰ ਹੈ, ਸਦਾ ਰਹਿਣ ਵਾਲਾ। ਬਾਕੀ ਤਾਂ ਸਭ ਆਉਣ ਜਾਣ ਹੈ, ਬਾਕੀ ਤਾਂ ਸਭ ਜੰਮਣ ਮਰਨ 'ਚ ਹੈ। ਸਦਾ ਰਹਿਣ ਵਾਲੀ ਕਿਹੜੀ ਚੀਜ਼ ਹੈ? ਨਾਮ ਰਜ਼ਾਏ। ਰਜ਼ਾਏ ਹੁੰਦਾ ਪਰਮਾਤਮਾ। ਪਰਮਾਤਮਾ ਦਾ ਨਾਮ ਹੀ ਸਦਾ ਰਹਿਣ ਵਾਲਾ ਹੈ। ਅਤੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਉਹ ਵੀ ਸਦਾ ਰਹਿਣ ਵਾਲਾ। ਉਹ ਜੰਮਣ ਮਰਨ ਦੇ ਚੱਕਰ ਤੋਂ ਹੀ ਰਹਿਤ ਹੋ ਜਾਂਦਾ, ਉਹ ਅਮਰ ਹੋ ਜਾਂਦਾ। ਸੋ ਇਸ ਲਈ ਨਾਮ ਜਪਿਆ ਕਰੋ ਭਾਈ, ਜਿੰਨਾ ਵੀ ਮਿਲੇ। ਬਸ ਭੁੱਲਣਾ ਨਹੀਂ ਹੈ, ਯਾਦ ਰੱਖਣਾ। ਉੱਠਦੇ ਬੈਠਦੇ ਤੁਰਦੇ ਫਿਰਦੇ ਨਾਮ ਜਪੀ ਜਾਓ। ਬਾਕੀ ਜਿਹੜਾ ਤੁਸੀਂ ਕੋਈ ਨੌਕਰੀ ਕਰ ਰਹੇ ਹੋ, ਕੋਈ ਕੰਮ ਧੰਦਾ ਕਰ ਰਹੇ ਹੋ, ਉਹ ਤਾਂ ਭਾਈ ਕਰਨਾ ਹੀ ਕਰਨਾ। ਸਾਨੂੰ ਗੁਰੂ ਨਾਨਕ ਦਾ ਹੁਕਮ ਹੈ ਵਿਹਲੇ ਬਹਿ ਕੇ ਨਹੀਂ ਖਾਣਾ। ਜਾਂ ਤਾਂ ਤੁਹਾਡੇ ਕੋਲ ਖਾਣ ਦਾ ਪ੍ਰਬੰਧ ਹੋਵੇ ਭਾਈ, ਤੁਸੀਂ ਬੇਸਿਕਲੀ ਬਹੁਤ ਅਮੀਰ ਹੋ, ਤੁਹਾਨੂੰ ਲੋੜ ਹੀ ਨਹੀਂ ਕੰਮ ਕਰਨ ਦੀ। ਜਾਂ ਸਾਡੇ ਵਰਗੇ ਜਿਹੜੇ ਮਾਨ ਸਾਹਿਬ ਮੇਰੇ ਵਰਗੇ ਰਿਟਾਇਰ ਹੋ ਗਏ ਨੇ, ਠੀਕ ਹੈ, ਸਰਕਾਰ ਜੇ ਸਾਨੂੰ ਪੈਨਸ਼ਨ ਦਿੰਦੀ ਹੈ, ਉਹਦੇ ਸਾਡਾ ਗੁਜ਼ਾਰਾ ਹੁੰਦਾ। ਹੋਰ ਅਸੀਂ ਕੋਈ ਕੰਮ ਕਰੀਏ ਜਾਂ ਨਾ ਕਰੀਏ। ਸਪੋਜ਼ ਕਰੋ ਪੈਨਸ਼ਨ ਨਾ ਹੁੰਦੀ ਤਾਂ ਮੈਂ ਜਿਹੜਾ ਹੈ ਇਹ ਪਾਠ ਥੋੜ੍ਹੀ ਕਿਸੇ ਨੂੰ ਸਿਖਾਉਣਾ ਸੀ।
ਮੈਂ ਇਹ ਛੱਡ ਕੇ ਟਿਊਸ਼ਨਾਂ ਕਰਨੀਆਂ ਸੀ, ਫਿਰ ਰੋਟੀ ਵੀ ਤਾਂ ਖਾਣੀ ਕਿਤੋਂ। ਰਿਟਾਇਰ ਹੁਣ ਰਿਟਾਇਰ ਆ, ਮੈਨੂੰ 22 ਸਾਲ ਹੋ ਗਏ। ਜੇ ਪੈਨਸ਼ਨ ਨਾ ਹੁੰਦੀ ਮੇਰਾ ਕਦੋਂ ਦਾ ਮੈਂ ਆਤਮ ਹੱਤਿਆ ਕਰਕੇ ਮਰ ਮੁਰ ਗਿਆ ਹੁੰਦਾ। ਕਿੰਨੇ ਕੁ ਬੰਦਾ ਜੋੜ ਸਕਦਾ ਪੈਸੇ ਜੀ, ਜਿਹੜਾ ਬੈਠਾ ਇੰਨੇ ਸਾਲਾਂ ਬੱਧੀ ਖਾਈ ਜਾਵੇ, ਜਾਂ ਤਾਂ ਬਹੁਤ ਪ੍ਰਾਪਰਟੀ ਹੋਵੇ ਉਹਦੇ ਸਿਰ 'ਤੇ ਖਾਈ ਜਾਵੇ। ਮੰਨ ਲਓ ਇੱਕ ਬੰਦੇ ਦੀ ਪ੍ਰਾਪਰਟੀ ਵੀ ਕੋਈ ਨਹੀਂ ਹੈਗੀ ਅਤੇ ਉਹਨੂੰ ਪੈਨਸ਼ਨ ਵੀ ਕੋਈ ਨਹੀਂ, ਅਤੇ ਕਿੰਨੇ ਕੁ ਸਾਲ ਉਹ ਖਾ ਸਕੇਗਾ ਇਕੱਠਾ ਕੀਤਾ ਹੋਇਆ। ਇਸ ਲਈ ਆ ਹੋਰ 15-20 ਸਾਲਾਂ ਨੂੰ ਬਹੁਤ ਆਤਮ ਹੱਤਿਆਵਾਂ ਹੋਇਆ ਕਰਨਗੇ। ਕਿਉਂ? ਪੈਨਸ਼ਨਾਂ ਬੰਦ ਹੋ ਗਈਆਂ ਨੇ, ਕਿੰਨੇ ਕੁ ਪੈਸੇ ਇਕੱਠੇ ਕਰ ਲਏਗਾ ਬੰਦਾ। ਫਿਰ ਇਸ ਲਈ ਪੱਕੀਆਂ ਨਹਿਰਾਂ ਸਰਕਾਰ ਨੇ ਪਹਿਲਾਂ ਹੀ ਬਣਾਤੀਆਂ ਨੇ ਵੀ ਬਚਣ ਦਾ ਉਪਾਅ ਹੀ ਕੋਈ ਨਹੀਂ, ਹੱਥ ਪਵੇਗਾ ਹੀ ਨਹੀਂ। ਚਲੋ ਜੀ, ਸਤਿ ਸ੍ਰੀ ਅਕਾਲ। ਚਲ ਖੇੜਾ ਛੁੱਟਿਆ, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬ ਛੁੱਟੀ। ਆਸਾ ਮਹਿਲਾ ਪਹਿਲਾ। ਏਕੋ ਸਰਵਰ ਕਮਲ ਅਨੂਪ। ਸਰਵਰ ਦਾ ਸਰੋਵਰ, ਕਮਲ ਦਾ ਫੁੱਲ ਹੁੰਦਾ, ਅਨੂਪ ਹੁੰਦਾ ਅਤੀ ਸੁੰਦਰ। ਕਿਉਂਕਿ ਜਿਹੜਾ ਕਮਲ ਦਾ ਫੁੱਲ ਹੈ ਪਾਣੀ ਤੋਂ ਬਿਨਾਂ ਨਹੀਂ ਹੁੰਦਾ, ਹਮੇਸ਼ਾ ਦੀ ਜੜ੍ਹ ਪਾਣੀ ਡੁੱਬੀ ਰਹਿਣੀ ਚਾਹੀਦੀ ਹੈ। ਕੁਝ ਫਸਲਾਂ ਨੇ 7-8 ਦਿਨਾਂ ਬਾਅਦ ਪਾਣੀ ਦਿੱਤਾ, ਉਂਝ ਹੀ ਰਹਿੰਦੀਆਂ। ਫਿਰ ਜਿਵੇਂ ਚੌਲ ਨੇ, ਇਹ ਪਾਣੀ ਤੋਂ ਬਿਨਾਂ ਨਹੀਂ ਰਹਿੰਦੇ, ਇਹਨੇ ਜੜ੍ਹਾਂ 'ਚ ਪਾਣੀ ਚਾਹੀਦਾ ਹੈ, ਅਤੇ ਕਮਲ ਦੀਆਂ ਜੜ੍ਹਾਂ 'ਚ ਪਾਣੀ ਚਾਹੀਦਾ। ਕਮਲ ਦੇ ਵਿੱਚ ਇੱਕ ਖੂਬੀ ਹੈ ਕਿ ਮੰਨ ਲਓ ਪਹਿਲਾਂ ਗਿੱਠ ਪਾਣੀ ਹੈ ਤਾਂ ਇਹ 1.25 ਗਿੱਠ ਉੱਚਾ ਪਾਣੀ ਤੋਂ ਉੱਚਾ ਰਹੇਗਾ, ਉਹਦੇ ਪੱਤੇ ਪਾਣੀ ਤੋਂ ਉੱਚੇ ਰਹਿੰਦੇ ਨੇ। ਸਾਡੇ ਜੇ ਮੈਂ ਘਨੌਰ ਜਦੋਂ ਉਧਰ ਸੜਕ ਦੇ ਦੋਨੋਂ ਪਾਸੇ ਕਮਲ ਦੇ ਫੁੱਲ ਉੱਗੇ ਹੋਏ ਸਨ, ਪਾਣੀ ਸੀ ਦੋਨੋਂ ਪਾਸੇ ਖਤਾਨਾਂ 'ਚ। 1992 ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆ ਗਏ। ਜਾ ਰਿਹਾ ਮੈਂ, ਸੜਕ ਦੇ ਉੱਤੋਂ ਦੀ ਪਾਣੀ ਵਗ ਰਿਹਾ ਹੈ, ਬਸ ਹੌਲੀ ਹੌਲੀ ਲਈ ਜਾਂਦਾ। ਮੈਂ ਲੈ ਵੇ, ਉਹ ਤਾਂ ਫੁੱਲ ਤਾਂ ਡੁੱਬ ਗਏ ਹੋਣਗੇ ਕਮਲ ਦੇ। ਜਦ ਉਹਨਾਂ ਕੋਲ ਪਹੁੰਚਿਆ, ਉਹ ਪਾਣੀ ਤੋਂ ਉੱਪਰ ਰਾਤੇ ਰਾਤ ਹੀ ਵੱਧ ਗਏ। ਉਹ ਜਿਹੜੇ ਫੁੱਟ ਸਨ, 3-3 ਫੁੱਟ ਦਾ ਬੂਟਾ ਹੋ ਗਿਆ। ਕੁਦਰਤ ਵੱਲੋਂ ਦੇਖੋ, ਜਿਉਂ ਪਾਣੀ ਵਧੀ ਗਿਆ, ਉਹ ਕੱਦ ਉਹਨਾਂ ਦਾ ਵਧੀ ਗਿਆ, ਪਾਣੀ ਤੋਂ ਉੱਪਰ ਹੀ ਰਹੇ, ਡੁੱਬੇ ਨਹੀਂ ਹੈਗੇ, ਡੁੱਬੇ ਨਹੀਂ। ਇਸ ਤਰ੍ਹਾਂ ਜਿਹੜਾ ਗੁਰਮੁਖ ਹੁੰਦਾ ਨਾ, ਉਹ ਬੁਰਾਈਆਂ ਰੂਪੀ ਛੱਪੜ ਦੇ ਵਿੱਚ ਡੁੱਬਦਾ ਨਹੀਂ ਹੈ, ਉੱਪਰ ਰਹਿੰਦਾ ਉਸ ਤੋਂ। ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਉੱਪਰ ਰਹਿੰਦਾ ਹੈ, ਇਸ ਤਰ੍ਹਾਂ ਗੁਰਮੁਖ ਵੀ ਬੁਰਾਈਆਂ ਤੋਂ ਉੱਪਰ ਰਹਿੰਦਾ ਹੈ। ਰਹਿੰਦਾ ਬੁਰਾਈਆਂ ਦੇ ਵਿੱਚ ਹੀ ਸੰਸਾਰ ਹੈ, 'ਚ ਬੁਰਾਈਆਂ ਤਾਂ ਹੈ ਨਹੀਂ। ਜਾਏਗਾ ਤਾਂ ਜਾਏਗਾ ਕਿੱਥੇ? ਗੁਰੂ ਮਹਾਰਾਜ ਸੰਸਾਰ ਛੱਡ ਕੇ ਨਹੀਂ ਜਾਣਾ, ਕਿੱਥੇ ਜਾਓਗੇ ਤੁਸੀਂ? ਬੁਰਾਈਆਂ ਸਾਰੇ ਸੰਸਾਰ 'ਚ ਨੇ। ਇਹ ਮਤ ਸੋਚੋ ਪਤਾ ਨਹੀਂ ਹਿੰਦੁਸਤਾਨ ਸਾਰੇ ਸੰਸਾਰ 'ਚ ਹੀ ਨੇ। ਜਦੋਂ ਲੋਕ ਅਰਦਾਸਾਂ ਕਰਦੇ ਫਿਰ ਮੈਨੂੰ ਪਤਾ ਲੱਗਦਾ ਜਿੰਨੀਆਂ ਚੋਰੀਆਂ ਅਮਰੀਕਾ 'ਚ ਨੇ ਉਹਨਾਂ 'ਚ ਹੈ ਹੀ ਨਹੀਂ। ਦੁਕਾਨਦਾਰ ਖੜਾ ਹੈ, ਉਹ ਸਮਾਨ ਲਿਆ ਚੱਕ ਕੇ ਜਾ ਰਿਹਾ, ਉਹ ਪੈਸੇ ਦਿੱਤੇ ਹੀ ਨਹੀਂ, ਦਿੰਦੇ ਨਹੀਂ। ਡੀਜ਼ਲ ਪਵਾਇਆ ਹੈ, ਪੈਸੇ ਦੇਣੇ ਨਹੀਂ, ਤੁਰ ਕੇ ਜੀ ਆਪਣੀ ਕਾਰ ਚਲਾ ਕੇ। ਜੀ ਦੱਸ ਕਿਹੜਾ ਮਗਰ ਭੱਜਿਆ ਜਾਏਗਾ ਉਹਨਾਂ ਨੇ? ਇੰਨੀ ਚੋਰੀ ਹੈ ਅਮਰੀਕਾ 'ਚ। ਹਨ ਉਹ ਸਾਡੇ ਦੇਸ਼ ਤੋਂ ਉਹਦੇ ਮੁਕਾਬਲੇ ਕੁਛ ਵੀ ਨਹੀਂ ਹੈਗਾ। ਉਹ ਦੁਖੀ ਆ ਗਏ ਨੇ, ਅਰਦਾਸਾਂ ਕਰਨ ਦੇ ਰਹਿੰਦੇ। ਕੈਮਰੇ ਲੱਗੇ ਉਹਨਾਂ ਦੇ ਥਾਂ ਤੋਂ ਸਾਰੀ ਦੁਕਾਨ ਦੇ ਵਿੱਚ। ਗੁੰਡੇ ਆ ਜਾਂਦੇ ਨੇ, ਗੋਲੀ ਮਾਰ ਦਿੰਦੇ ਨੇ, ਬਸ ਕੁਛ ਨਹੀਂ ਵੇਖਣਾ ਉਹਨਾਂ ਨੇ, ਆਪਣੀ ਚੀਜ਼ਾਂ ਚੱਕ ਕੇ ਲੈ ਚਲੋ ਜੀ। ਮਾੜਾ ਹਾਲ ਆ ਉਹਨਾਂ ਦਾ। ਜਿੱਥੇ ਤੁਸੀਂ ਭੱਜੇ ਜਾਂਦੇ ਹੋ, ਜਾਓ ਬੜੀ ਖੁਸ਼ੀ ਨਾਲ। ਮੈਂ ਤਾਂ ਟ੍ਰੇਲਰ ਵਿਖਾਉਣਾ, ਫਿਲਮ ਉੱਥੇ ਜਾ ਕੇ ਵੇਖ ਲਓ। ਸੋ ਏਕੋ ਸਰਵਰ ਕਮਲ ਅਨੂਪ। ਸਰੋਵਰ ਤੀਕੂ ਹੈ ਜਿਸ 'ਚ ਕਈ ਸੁੰਦਰ ਕਮਲ ਫੁੱਲ ਉੱਗੇ ਹੋਏ ਹਨ। ਸਦਾ ਵਿਗਾਸੈ ਪਰਮਲ ਰੂਪ। ਕਹਿੰਦਾ ਜਿਹੜਾ ਸਰੋਵਰ ਹੈ ਉਹਨਾਂ ਨੂੰ ਖੇੜਾ ਦਿੰਦਾ ਹੈ, ਪਰਮਲ ਸੁਗੰਧੀ ਦਿੰਦਾ ਹੈ, ਰੂਪ ਉਹਨਾਂ ਨੂੰ ਸੁੰਦਰਤਾ ਦਿੰਦਾ ਹੈ। ਇੱਥੇ ਕੀ ਸਰੋਵਰ ਤੋਂ ਭਾਵ ਹੈ ਸਤ ਸੰਗਤ। ਸਤ ਸੰਗਤ ਰੂਪੀ ਸਰੋਵਰ ਹੈ। ਕਮਲ ਫੁੱਲ ਕੌਣ ਹੈ? ਗੁਰਮੁਖ। ਗੁਰਮੁਖ ਕਮਲ ਫੁੱਲ ਨੇ। ਸਤ ਸੰਗਤ ਫਿਰ ਗੁਰਮੁਖ ਨੂੰ ਆ ਕੁਝ ਦਿੰਦੀ ਹੈ। ਉਜਲ ਮੋਤੀ ਚੁਗੇ ਹੰਸ। ਕਹਿੰਦੇ ਜੇ ਹੰਸ ਨੇ ਨਾ, ਉਹ ਸਰੋਵਰਾਂ 'ਚ ਮੋਤੀ ਚੁਗਦੇ ਨੇ। ਅਤੇ ਜਿਹੜਾ ਗੁਰਮੁਖ ਹੈ ਇਹ ਵੀ ਸੰਸਾਰ 'ਚ ਗੁਣ ਚੁਗਦਾ ਹੈ। ਜਿਹੜਾ ਮਨਮੁਖ ਹੈ ਉਹ ਔਗਣ ਚੁਗਦਾ ਹੈ। ਜਿਹੜਾ ਗੁਰਮੁਖ ਹੈ ਉਹ ਗੁਣ ਚੁਗਦਾ ਹੈ, ਗੁਣ ਗ੍ਰਹਿਣ ਕਰਦਾ। ਉਜਲ ਹੁੰਦਾ ਸੁੰਦਰ।
ਜਿਹੜੇ ਹੰਸ ਨੇ ਇਸ ਸਰੋਵਰ ਦੇ ਵਿੱਚੋਂ ਸੁੰਦਰ ਮੋਤੀ ਚੁੱਕਦੇ ਹਨ। ਭਾਵ ਹੰਸ ਭਾਵ ਗੁਰਮੁਖ, ਗੁਰਮੁਖ ਜਿਹੜੇ ਸਤ ਸੰਗ ਦੇ ਆਉਂਦੇ ਨੇ ਉੱਥੇ ਕਹਿੰਦੇ ਗੁਣ ਗ੍ਰਹਿਣ ਕਰਦੇ ਹਨ। ਸਰਬ ਕਲਾ ਜਗਦੀਸ਼ ਅੰਸ਼, ਉਹ ਪਰਮਾਤਮਾ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ, ਕਲਾ ਸ਼ਕਤੀਆਂ ਨੂੰ ਕਹਿੰਦੇ। ਪਰਮਾਤਮਾ ਸਰਬ ਕਲਾ ਸੰਪੂਰਨ ਹੈ। ਉਹ ਫਿਰ ਕੀ ਅੰਸ਼, ਉਹ ਫਿਰ ਜਿਹੜੇ ਗੁਰਮੁਖ ਨੇ ਪਰਮਾਤਮਾ ਦਾ ਇੱਕ ਹਿੱਸਾ ਹੋ ਜਾਂਦੇ ਹਨ, ਉਹਦਾ ਹੀ ਰੂਪ ਹੋ ਜਾਂਦੇ। ਜੋ ਦੀਸੈ ਸੋ ਉਪਜੈ ਬਿਨਸ, ਜੋ ਵਿਖਾਈ ਦੇ ਰਿਹਾ ਉਹ ਪੈਦਾ ਹੁੰਦਾ ਹੈ, ਬਿਨਸ ਜਾਂਦਾ ਸਮਾਂ ਪਾ ਕੇ। ਬਿਨ ਜਲ ਸਰਵਰ ਕਮਲ ਨਾ ਦੀਸ, ਅਤੇ ਜੇ ਸਰੋਵਰ 'ਚ ਪਹਾੜੀ ਹੀ ਨਹੀਂ ਹੈ ਤਾਂ ਕਮਲ ਨਹੀਂ ਦਿਖਾਈ ਦਿੰਦਾ, ਕਮਲ ਸੁੱਕ ਸੜ ਜਾਂਦਾ। ਗੁਰੂ ਨਾਨਕ ਦੇਵ ਜੀ ਇੱਕ ਵਾਰੀ ਸਰੋਵਰ ਕੋਲੋਂ ਲੰਘੇ, ਬੜੇ ਸੋਹਣੇ ਕਮਲ ਦੇ ਫੁੱਲ ਖਿੜੇ ਹੋਏ। 6 ਮਹੀਨਿਆਂ ਬਾਅਦ ਕਿਤੇ ਮੁੜੇ, ਸਾਰੇ ਜਿਹੜਾ ਸਰੋਵਰ ਛੱਪੜ ਹੈ ਉਹ ਕਾਲਾ ਹੋ ਗਿਆ ਹੈ, ਕਿ ਉਹ ਪਹਾੜੀ ਸੁੱਕ ਗਿਆ, ਕਮਲ ਦੇ ਬੂਟੇ ਸੁੱਕ ਕੇ ਕਾਲੇ ਰੰਗ ਦੇ ਕਾਲਕ। ਗੁਰੂ ਨਾਨਕ ਦੇਵ ਜੀ ਪੁੱਛਦੇ ਨੇ ਵੀ ਹੇ ਸਰੋਵਰ, ਪਹਿਲਾਂ ਆਈਨਾ ਤੇਰੇ 'ਚ ਰੌਣਕ ਸੀ, ਹੁਣ ਕੀ ਹੋ ਗਿਆ? ਉਹ ਕਹਿੰਦੇ ਮੇਰਾ ਪਾਣੀ ਨਾਲ ਸੰਬੰਧ ਸੀ, ਉਹ ਸੰਬੰਧ ਟੁੱਟ ਗਿਆ, ਮੇਰੇ 'ਚ ਪਾਣੀ ਹੁਣ ਆਉਂਦਾ ਨਹੀਂ, ਇਸ ਕਰਕੇ ਸਾਰੇ ਕਮਲ ਸੁੱਕੇ। ਅਸੀਂ ਹਰੇ ਭਰੇ ਉਹਨਾਂ ਚਿਰ ਹੀ ਰਹਿ ਜਿੰਨਾ 'ਚ ਸਾਡਾ ਪਰਮਾਤਮਾ ਨਾਲ ਲਿੰਕ ਹੈ। ਅਤੇ ਉਹਦਾ ਲਿੰਕ ਕੀ ਹੈ? ਇਹ ਨਾਮ। ਇੱਕ ਪਰਮਾਤਮਾ ਹੈ, ਇੱਕ ਅਸੀਂ ਹਾਂ। ਅਸੀਂ ਆਪਣਾ ਸੰਬੰਧ ਉਹਦੇ ਨਾਲ ਕਾਇਮ ਕਰਨਾ, ਉਹ ਨਾਮ ਰਾਹੀਂ ਹੋਵੇਗਾ। ਜੇ ਇਸੇ ਲਈ ਲਿੰਕ ਰੋਡ ਕਹਿੰਦੇ ਨੇ। ਇੱਧਰ ਵੀ ਇੱਕ ਸੜਕ ਜਾ ਰਹੀ ਹੈ, ਇੱਧਰ ਵੀ ਇੱਕ ਸੜਕ ਜਾ ਰਹੀ ਹੈ। ਉਹ ਇੱਕ ਸੜਕ ਤੋਂ ਦੂਜੀ ਸੜਕ 'ਤੇ ਤੁਸੀਂ ਜਾਣਾ, ਇੱਕ ਵਿੱਚ ਛੋਟੀ ਹੋਰ ਸੜਕ ਹੋਏਗੀ, ਜਿਹਦੇ ਲਿੰਕ ਰੋਡ। ਇੱਥੇ ਮਨੁੱਖ ਹੈ, ਇੱਥੇ ਰੱਬ ਹੈ। ਇਸ ਮਨੁੱਖ ਨੇ ਰੱਬ ਤੱਕ ਜਾਣਾ, ਉਹ ਇੱਕ ਲਿੰਕ ਸੜਕ ਹੋਏਗੀ, ਜਿਹਨੂੰ ਕਹਿੰਦੇ ਨਾਮ। ਨਾਮ ਲਿੰਕ ਰੋਡ ਹੈ, ਜਿਹੜੀ ਸਾਨੂੰ ਅਤੇ ਪਰਮਾਤਮਾ ਨੂੰ ਆਪਸ 'ਚ ਮਿਲਾਉਂਦੀ ਹੈ। ਅਤੇ ਉਹ ਸਰੋਵਰ ਕਹਿੰਦਾ ਕਿ ਮੇਰਾ ਜਿਹੜਾ ਸੰਬੰਧ ਸੀ ਪਾਣੀ ਨਾਲ, ਉਹ ਸੰਬੰਧ ਕਿਸੇ ਕਾਰਨ ਟੁੱਟ ਗਿਆ ਹੈ, ਮੇਰੇ 'ਚ ਪਾਣੀ ਆਉਂਦਾ ਨਹੀਂ, ਇਸ ਲਈ ਮੈਂ ਸੁੱਕ ਸੜ ਗਿਆ ਹਾਂ। ਇਸ ਲਈ ਉਹਨਾਂ ਲੋਕਾਂ ਦਾ ਜੀਵਨ ਵੀ ਨਿਰਾਸ਼ਾ ਰੂਪ ਹੋ ਜਾਂਦਾ ਜਿਹੜੇ ਰੱਬ ਤੋਂ ਟੁੱਟ ਜਾਂਦੇ ਹਨ। ਜਿਹੜੇ ਰੱਬ ਨਾਲ ਜੁੜੇ ਰਹਿੰਦੇ ਨੇ ਉਹ ਆਸ਼ਾਵਾਦੀ ਰਹਿੰਦੇ, ਖੁਸ਼ ਰਹਿੰਦੇ, ਖੇੜੇ 'ਚ ਰਹਿੰਦੇ, ਆਨੰਦ 'ਚ ਰਹਿੰਦੇ। ਰਹਾਉ ਬਿਰਲਾ ਬੂਝੈ ਪਾਵੈ ਭੇਦ, ਸ਼ਾਖਾਂ ਧੀਨ ਕਹਿ ਨਿਤ ਬੇਦ। ਕਿ ਵੇਦ ਕੀ ਕਹਿੰਦੇ? ਮਾਇਆ ਦੀ 3 ਸ਼ਾਖਾਵਾਂ ਨੇ, ਇੱਕ ਰਜੋ ਗੁਣ, ਇੱਕ ਤਮੋ ਗੁਣ, ਇੱਕ ਸਤੋ ਗੁਣ। ਮਾਇਆ ਦੇ 3 ਗੁਣ ਨੇ। ਆਮ ਲੋਕ ਮਾਇਆ ਦੇ 3 ਗੁਣਾਂ 'ਚ ਹਨ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਗੁਰਮੁਖ ਹੁੰਦੇ ਨੇ, ਗੁਰੂ ਦੇ ਆਖੇ ਲੱਗਣੇ, ਉਹ ਫਿਰ ਚੌਥੀ ਅਵਸਥਾ ਚਲੇ ਜਾਂਦੇ ਨੇ। ਚੌਥਾ ਪਦ, ਚੌਥੀ ਅਵਸਥਾ, ਉਹਨੂੰ ਉਨਮਨੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ, ਸਹਿਜ ਅਵਸਥਾ, ਉਹਦੇ ਆਰਡਰ ਰਾਮ ਨੇ। ਉਹ ਮਾਇਆ ਦੇ 3 ਗੁਣਾਂ ਜਦੋਂ ਬੰਦਾ ਉੱਪਰ ਚਲਿਆ ਜਾਂਦਾ ਹੈ, ਫਿਰ ਉਸ ਅਵਸਥਾ ਚਲੇ ਜਾਂਦਾ, ਉੱਥੇ ਜਾ ਕੇ ਉਹਦਾ ਮਨ ਅਡੋਲ ਹੋ ਜਾਂਦਾ। ਉਹ ਸਹਿਜ ਅਵਸਥਾ ਚਲੇ, ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਉਸਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਉਹਦੇ ਮਨ 'ਤੇ ਕੋਈ ਅਸਰ ਨਹੀਂ। ਗੁਰੂ ਮਹਾਰਾਜ ਤੱਤੇ ਤਵੀ 'ਤੇ ਬਿਠਾਤਾ, ਉਹ ਕਿਉਂਕਿ ਸਹਿਜ ਅਵਸਥਾ 'ਚ ਸਨ, ਉਹਨਾਂ ਨੂੰ ਕੋਈ ਫਰਕ ਨਹੀਂ। ਉਹਨਾਂ ਕੋਈ ਹਾਲ ਪਾਰੇ ਨਹੀਂ ਕੀਤੇ, ਕੋਈ ਤਰਲਾ ਮਿੰਨਤ ਨਹੀਂ ਕੀਤਾ, ਕੋਈ ਰੋਣਾ ਪਿੱਟਣਾ ਨਹੀਂ ਕੀਤਾ, ਕੋਈ ਅੱਖਾਂ 'ਚ ਹੰਝੂ ਨਹੀਂ ਆਏ, ਸਹਿਜ ਸੁਭਾਅ ਬੈਠੇ, ਕਿਉਂਕਿ ਉਸ ਅਵਸਥਾ 'ਚ ਪਹੁੰਚ ਗਏ ਸਨ ਜਿੱਥੇ ਦੁੱਖ ਹੀ ਨਹੀਂ ਕਰਦਾ। ਦੁੱਖ ਬ੍ਰਹਮ ਗਿਆਨੀਆਂ ਨੂੰ ਵੀ ਆਉਂਦੇ ਨੇ, ਇਹ ਨਹੀਂ ਕਿ ਉਹਨਾਂ ਨਹੀਂ ਆਉਂਦੇ, ਪਰ ਉਹ ਦੁੱਖ 'ਚ ਦੁਖੀ ਨਹੀਂ ਹੁੰਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਨ, ਉਹ ਹੁੰਦਾ ਬ੍ਰਹਮ ਗਿਆਨੀ। ਦੁੱਖ ਆਓ, ਸੁੱਖ ਆਓ, ਅਮੀਰੀ ਆਓ, ਗਰੀਬੀ ਆਓ, ਉਹ ਇੱਕ ਸਾਰ ਰਹਿੰਦੇ ਹਨ। ਸੁੱਖ 'ਚ ਸਾਡੇ ਵਾਂਗੂ ਨੱਚਦੇ ਟੱਪਦੇ ਨਹੀਂ ਅਤੇ ਦੁੱਖ 'ਚ ਰੋਂਦੇ ਨਹੀਂ। ਉਹਨਾਂ ਨੂੰ ਪਤਾ ਸੁਖ ਦੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾ। ਕਦੇ ਸੁੱਖ ਅਤੇ ਦੁੱਖ ਤੇ ਪਰਮਾਤਮਾ ਦੇ ਹੁਕਮ ਨਾਲ ਆਏ ਨੇ, ਅਤੇ ਜੋ ਉਹਦੇ ਹੁਕਮ ਨਾਲ ਆਏ ਨੇ ਉਹ ਤੁਸੀਂ ਕੀ ਕਰ ਸਕਦੇ ਹੋ? ਪਰਮਾਤਮਾ ਦੇ ਹੁਕਮ ਨੂੰ ਕੌਣ ਟਾਲ ਸਕਦਾ ਜੀ? ਇਸ ਲਈ ਕਰਨਾ ਕੀ ਹੈ?
ਸੁਖ ਦੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਉਹ ਜਿਹੜਾ ਸੁੱਖ ਤੇ ਦੁੱਖ ਦੇ ਰਿਹਾ ਤੂੰ ਉਹਦਾ ਹੀ ਨਾਮ ਜਪ, ਹੋਰ ਛੱਡ ਤੂੰ ਉਹਦਾ ਨਾਮ ਜਪ। ਇਹ ਸੁੱਖ ਤੇ ਦੁੱਖ ਉਹਦੇ ਹੁਕਮ ਨਾਲ ਆਉਂਦੇ ਨੇ। ਸਾਨੂੰ ਕੋਈ ਦੁੱਖ ਨਹੀਂ ਦੇ ਸਕਦਾ, ਕੋਈ ਸਾਨੂੰ ਸੁੱਖ ਨਹੀਂ ਦੇਦਾ। ਜੇ ਪਰਮਾਤਮਾ ਨੇ ਦੁੱਖ ਦੇਣਾ ਉਹ ਸਾਧਨ ਬਣਾ ਦੇਗਾ ਕੋਈ ਨਾ ਕੋਈ। ਜੇ ਤੁਹਾਡੇ ਭਾਗਾਂ 'ਚ ਸੇਵਾ ਬੁਢਾਪੇ 'ਚ ਲਿਖੀ ਹੈ, ਤੁਹਾਡੇ ਬੱਚਿਆਂ ਵੀ ਕਰ ਜਾਣੀ ਹੈ, ਬਗਾਨਿਆਂ ਨੇ ਵੀ ਕਰ ਜਾਣੀ ਹੈ। ਜੇ ਦੁੱਖ ਲਿਖਿਆ ਹੈ ਤਾਂ ਬਗਾਨਿਆਂ ਨੇ ਵੀ ਦੁੱਖ ਦੇਣਾ, ਆਪਣਿਆਂ ਨੇ ਵੀ ਦੁੱਖ ਦੇਣਾ, ਕਿਉਂਕਿ ਦੁੱਖ ਲਿਖਿਆ ਹੋਇਆ ਮਿਲਣਾ। ਬਸ ਬਹੁਤੇ ਪਰਿਵਾਰਾਂ ਨੂੰ ਉਹਨਾਂ ਦੇ ਆਪਣੇ ਬੱਚੇ ਸੂਲੀ ਟੰਗੀ ਰੱਖਦੇ ਨੇ, ਆਉਂਦੇ ਰਹਿੰਦੇ ਮੇਰੇ ਕੋਲ ਵਿਚਾਰੇ। ਨਹੀਂ, ਕਿਹੜੀ ਮਾਂ ਹੈ ਜਿਹੜੀ ਕਹਿੰਦੇ ਮੇਰਾ ਪੁੱਤਰ ਕਦੋਂ ਮਰੇਗਾ? ਦੇਖੋ ਇੰਨੇ ਲੋਕ ਦੁਖੀ ਨੇ, ਆ ਕੇ ਅਰਦਾਸਾਂ ਕਹਿੰਦੇ ਬਾਬਾ ਜੀ ਪਾਠ ਦੇ ਦਿਓ ਮੇਰਾ ਪੁੱਤਰ ਛੇਤੀ ਮਰ ਜਾਏ। ਮੈਂ ਜੀ ਮੇਰੇ ਕੋਲ ਐਸਾ ਕੋਈ ਪਾਠ ਨਹੀਂ, ਮੈਂ ਕਿਹਦੀ ਉਮਰ ਵਧਾ ਘਟਾ ਨਹੀਂ ਸਕਦਾ, ਜਿੰਨੀ ਲਿਖਾ ਕੇ ਲੈ ਲਿਖਾ ਵਾਸਤੇ ਪਾਠ ਦੇ ਸਕਦੇ ਤੁਹਾਡਾ ਪੁੱਤਰ ਹੌਲੀ ਹੌਲੀ ਸੁਧਰ ਜਾਵੇ, ਬਸ ਆਹ ਕਰ ਸਕਦਾ। ਹੈਰਾਨੀ ਦੀ ਗੱਲ ਨਹੀਂ। ਆਪਣਾ ਮਨ ਕਈ ਵਾਰੀ ਲੋਕਾਂ ਦੇ ਦੁੱਖ ਸੁਣ ਕੇ ਕਿੰਨੇ ਦੇ ਖਰਾਬ ਹੋ ਜਾਂਦਾ, ਦੁਖੀ ਹੁੰਦਾ ਵੀ ਯਾਰ ਇੰਨਾ ਦੁੱਖ ਫੈਲ ਗਿਆ ਸਮਾਜ 'ਚ, ਕਿੰਨੇ ਮਾਂ ਪਿਓ ਦੁਖੀ ਨੇ, ਕਿੰਨੇ ਢੋਲ ਢਮੱਕੇ ਵਜਾਏ ਹੋਣਗੇ ਉਹਨਾਂ ਮਾਂ ਪਿਓ ਨੇ ਜਦੋਂ ਪੁੱਤਰ ਹੋਇਆ ਹੋਵੇਗਾ। ਇੱਕੋ ਹੀ ਇੱਕ ਪੁੱਤਰ ਹੋਵੇ ਅਤੇ ਉਹ ਵੀ ਅੱਗੋਂ ਸ਼ਰਾਬੀ ਕਬਾਬੀ ਨਿਕਲੇ, ਕੰਮ ਵੀ ਕੋਈ ਨਾ ਕਰੇ ਅਤੇ ਰੋਟੀ ਕਿੱਥੋਂ ਖਾਏਗਾ ਪਰਿਵਾਰ? ਮਾਂ ਪਿਓ ਬੁੜੇ ਹੋਣ, ਪੁੱਤਰ ਕੰਮ ਕੋਈ ਨਾ ਕਰਦਾ ਹੋਵੇ, ਅਤੇ ਕਿੱਲਾ ਇੱਕ ਜ਼ਮੀਨ ਹੋਵੇ ਉਹਦੇ 'ਚ ਕੀ ਕਰ ਲੇਗਾ ਕੋਈ? 50,000 60,000 ਦੇ ਵੱਧ ਠੇਕਾ ਚੜ੍ਹ ਜਾਏ, ਹੋਰ ਕੀ ਕਰ ਲੇਗਾ ਉਹਦੇ 'ਚ? ਪੁੱਤਰ ਤੇ ਉਮੀਦ ਸੀ, ਉਹ ਸ਼ਰਾਬੀ ਛੱਪੀ ਵੀ ਘਰ ਦੇ ਭਾਂਡੇ ਵਿੱਚ ਹੀ ਜਾਂਦਾ, ਕਰੇ ਤਾਂ ਕਰੇ ਕੀ? ਇਸ ਲਈ ਇਹ ਭਾਗਾਂ 'ਚ ਲਿਖਿਆ ਹੁੰਦਾ ਕਿ ਤੁਹਾਡਾ ਪੁੱਤਰ ਹੀ ਤੁਹਾਨੂੰ ਸੂਲੀ ਟੰਗੀ ਰੱਖੇਗਾ। ਉਸ ਟੰਗੀ ਰੱਖੇ ਜਿੰਨਾ ਸਮਾਂ ਲਿਖਿਆ ਉਹਨਾਂ ਚਿਰ ਉਹਨੇ ਟੰਗੀ ਹੀ ਰੱਖਣਾ। ਸੋ ਇਹ ਨਾ ਉਮੀਦ ਕਰਿਆ ਕਰੋ ਕਿ ਹਾਂਜੀ ਸਾਨੂੰ ਧੀਆਂ ਪੁੱਤਰਾਂ 'ਤੇ ਕੋਈ ਫਾਇਦਾ ਹੋਵੇਗਾ। ਜੇ ਲਿਖਿਆ ਹੈ ਫਾਇਦਾ ਹੋਏਗਾ, ਹੋਏਗਾ, ਨਹੀਂ ਲਿਖਿਆ ਤੇ ਨਹੀਂ ਹੋਵੇਗਾ। ਬਸ ਤੁਹਾਡੇ ਸੋਚਣ ਨਾਲ ਕੁਛ ਨਹੀਂ ਹੋਣਾ। ਕਈ ਵਾਰੀ ਬੰਦਾ ਸੋਚਦਾ ਅਸੀਂ ਜਿਹਨੂੰ ਅੰਗਰੇਜ਼ੀ ਸਕੂਲ 'ਚ ਪੜ੍ਹਾ ਕੇ ਐ ਕਰਤਾ ਜੀ, ਉਹ ਤਾਂ ਉਹਦੇ ਭਾਗਾਂ 'ਚ ਲਿਖਿਆ ਸੀ, ਉਹ ਤਾਂ ਉਹਦੇ ਭਾਗਾਂ 'ਚ ਲਿਖਿਆ ਸੀ। ਉਹਨੇ ਤੁਹਾਡੇ ਘਰ ਪੈਦਾ ਕਰਤਾ ਉਸ ਨੂੰ, ਚਲੋ ਤੂੰ ਪੜ੍ਹਾਓ ਬਈ, ਉਹ ਤਾਂ ਉਹਦੇ ਭਾਗਾਂ 'ਚ ਲਿਖਿਆ ਸੀ। ਜਿਹਦੇ ਭਾਗਾਂ 'ਚ ਨਾ ਲਿਖਿਆ ਹੁੰਦਾ ਗਰੀਬ ਦੇ ਪੈਦਾ ਕਰ ਚੱਲ ਵੀ ਸਰਕਾਰੀ ਸਕੂਲ 'ਚ, ਹੋਰ ਨਾ ਲਿਖਿਆ ਹੁੰਦਾ ਅਤੇ ਗੁੱਜਰਾਂ ਦੇ ਪੈਦਾ ਕਰਦਾ। ਗੁਰਦਾਸਪੁਰ ਗਏ ਅਤੇ ਗੁੱਜਰ ਹੀ ਗੁੱਜਰ ਨੇ, ਅੱਧਾ ਗੁਰਦਾਸਪੁਰ ਦਾ ਜ਼ਿਲ੍ਹਾ ਗੁੱਜਰਾਂ ਨਾਲ, ਜਿਹਨਾਂ ਦਾ ਇੱਕ ਵੀ ਜਵਾਕ ਨਹੀਂ ਪੜ੍ਹਦਾ, ਸਾਰੇ ਦੇ ਸਾਰੇ ਅਨਪੜ੍ਹ ਝੌਂਪੜੀਆਂ 'ਚ ਰਹੇ ਨੇ, ਮੱਝਾਂ ਰੱਖੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ, ਪਰ ਝੌਂਪੜੀ ਕਿਹਦਾ ਕੱਚਾ ਘਰ ਵੀ ਨਹੀਂ ਹੈਗਾ, ਪੱਕੇ ਦੀ ਤਾਂ ਗੱਲ ਹੀ ਛੱਡੋ। ਹੁਣ ਇਹੋ ਜਿਹੇ ਪੈਦਾ ਹੋ ਜਾਏਗਾ ਫਿਰ ਕਿਆ ਕਰੇਗਾ ਜੀ? ਉਹਦੇ ਭਾਗਾਂ 'ਚ ਹੀ ਲਿਖਿਆ ਕਿ ਤੂੰ ਬਸ ਆਹੀ ਕਰੀ ਜਾਣਾ ਸਾਰੀ ਉਮਰ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਸਮਾਂ ਹੋ ਰਿਹਾ। ਗੁਰੂ ਮਹਾਰਾਜ ਕਹਿੰਦੇ ਸ਼ਾਖਾ ਤੀਨ ਕਹੈ ਨਿਤ ਵੇਦ। ਵੇਦ ਤਾਂ ਇਹ ਮਾਇਆ ਦੀ ਤਿੰਨਾਂ ਸ਼ਾਖਾਵਾਂ ਦੀ ਗੱਲਾਂ ਕਰਦਾ ਰਹਿੰਦਾ ਹੈ। ਇਸ ਲਈ ਕਿਸੇ ਵਿਰਲੇ ਟਾਵੇਂ ਨੂੰ ਭੇਦ ਦਾ ਪਤਾ ਹੈ। ਨਾਦ ਬਿੰਦ ਕੀ ਸੁਰਤ ਸਮਾਏ। ਬਿੰਦ ਪਰਮਾਤਮਾ ਨੂੰ ਕਹਿੰਦੇ ਨੇ, ਜਿਹਦੀ ਸੁਰਤ ਪਰਮਾਤਮਾ ਦੇ ਨਾਦ ਭਾਵ ਅਨਹਦ ਨਾਦ ਦੇ ਵਿੱਚ ਲੱਗੀ ਰਹਿੰਦੀ ਹੈ ਨਾ। ਸਾਡੇ ਅੰਦਰ ਅਨਹਦ ਨਾਦ ਵੱਜਦਾ ਅਤੇ ਰੱਬੀ ਸੰਗੀਤ ਅੰਦਰ ਚੱਲਦਾ ਹੈ। ਜਦੋਂ ਸੁਰਤ ਉੱਥੇ ਪਹੁੰਚਦੀ ਹੈ ਫਿਰ ਸੁਰਤ ਉਸ ਸੰਗੀਤ ਸੁਣਨ 'ਚ ਲੱਗੀ ਰਹਿੰਦੀ ਹੈ। ਫਿਰ ਕੀ ਹੁੰਦਾ? ਇਹੋ ਜਿਹਾ ਬੰਦਾ ਸਤਿਗੁਰ ਸੇਵ ਪਰਮ ਪਦ ਪਾਏ। ਗੁਰੂ ਦੀ ਸੇਵਾ ਕਰਕੇ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਸਤਿਕਾਰਯੋਗ ਸਾਥੀ, ਸਮਾਂ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।